ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 66 ਤੇ ਹੇਠੋਂ 6ਵੀਂ ਪੰਕਤੀ ਹੈ। ਅੰਗ ਨੰਬਰ 66 ਹੇਠੋਂ 6ਵੀਂ ਪੰਕਤੀ। ਸ਼੍ਰੀ ਰਾਗ ਮਹਿਲਾ ਤੀਜਾ। ਰਾਗ ਦਾ ਨਾਮ ਹੈ ਸ਼੍ਰੀ ਰਾਗ। ਮਹਿਲਾ ਤੀਜਾ ਦਾ ਮਤਲਬ ਤੀਸਰੇ ਪਾਤਸ਼ਾਹ ਦੀ ਬਾਣੀ ਹੈ। ਗੁਰਮੁਖ ਨਾਮ ਧਿਆਈਐ, ਮਨਮੁਖ ਬੂਝ ਨਾ ਪਾਏ। ਗੁਰਮੁਖ ਸਦਾ ਮੁਖ ਊਜਲੇ, ਹਰ ਵਸਿਆ ਮਨ ਆਏ। ਸਹਿਜੇ ਹੀ ਸੁਖ ਪਾਈਐ, ਸਹਿਜੇ ਰਹਿ ਸਮਾਏ। ਜਿਹੜਾ ਗੁਰਮੁਖ ਹੁੰਦਾ ਉਹ ਤੇ ਨਾਮ ਜਪਦਾ। ਮਨਮੁਖ ਬੂਝ ਨਾ ਪਾਏ, ਪਰ ਮਨਮੁਖ ਨੂੰ ਸੋਝੀ ਨਹੀਂ ਹੁੰਦੀ ਵੀ ਨਾਮ ਵੀ ਜਪਣਾ। ਗੁਰਮੁਖ ਨੂੰ ਗੁਰੂ ਰਾਹੀਂ ਸੋਝੀ ਹੋ ਜਾਂਦੀ ਹੈ, ਇਸ ਲਈ ਨਾਮ ਜਪਦਾ। ਮਨਮੁਖ ਜਿਹੜਾ ਹੈ ਉਹਨੂੰ ਸੋਝੀ ਨਹੀਂ ਹੁੰਦੀ, ਇਸ ਲਈ ਨਾਮ ਨਹੀਂ ਜਪਦਾ। ਗੁਰਮੁਖ ਸਦਾ ਮੁਖ ਊਜਲੇ, ਹਰ ਵਸਿਆ ਮਨ ਆਏ। ਜਿਹੜਾ ਗੁਰਮੁਖ ਹੁੰਦਾ ਹੈ ਉਹਦੇ ਮਨ 'ਚ ਹਰੀ ਵਸ ਜਾਂਦਾ ਹੈ, ਇਸ ਲਈ ਉਹਨਾਂ ਦੇ ਮੁਖ ਉਜਲੇ ਹੁੰਦੇ ਨੇ। ਕਿਉਂਕਿ ਪਰਮਾਤਮਾ ਅੰਦਰ ਵਸ ਜਾਂਦਾ ਹੈ, ਪਰਮਾਤਮਾ ਦੀ ਯਾਦ ਹਿਰਦੇ 'ਚ ਵਸ ਜਾਂਦੀ ਹੈ, ਇਸ ਲਈ ਮੁਖ ਪਰਮਾਤਮਾ ਦਰਬਾਰ 'ਤੇ ਜਾ ਕੇ ਮੁਖ ਉਜਲੇ ਹੁੰਦੇ ਨੇ। ਸਹਿਜ ਹੀ ਸੁਖ ਪਾਈਐ, ਸਹਿਜੇ ਰਹਿ ਸਮਾਏ। ਫਿਰ ਸਹਿਜ ਸੁਭਾਈ ਉਹਨੂੰ ਸੁੱਖ ਦੀ ਪ੍ਰਾਪਤੀ ਹੁੰਦੀ ਹੈ ਅਤੇ ਸਹਿਜੇ ਹੀ ਪਰਮਾਤਮਾ ਦੇ ਨਾਮ ਵਿੱਚ ਲੀਨ ਰਹਿੰਦਾ। ਸਮਾਇਆ ਦਾ ਸਮਾਇਆ ਰਹਿਣਾ, ਲੀਨ ਰਹਿਣਾ, ਉਹ ਸਹਿਜ ਸੁਭਾਈ ਨੂੰ ਪ੍ਰਾਪਤ ਹੋ ਜਾਂਦਾ। ਉਹਨੂੰ ਕੋਈ ਵਿਸ਼ੇਸ਼ ਯਤਨ ਕਰਨ ਦੀ ਲੋੜ ਨਹੀਂ ਹੁੰਦੀ। ਤੁਸੀਂ ਨਾਮ ਜਪਦੇ ਰਹੋ, ਸਹਿਜ ਸੁਭਾਅ ਜਪਦੇ ਰਹੋ। ਪਰਮਾਤਮਾ ਸਹਿਜ ਸੁਭਾਅ ਤੁਹਾਡੇ ਕਾਰਜ ਸਵਾਰਦਾ ਰਹੇਗਾ, ਤੁਹਾਨੂੰ ਗਰੀਬ ਤੋਂ ਅਮੀਰ ਕਰ ਦੇਗਾ, ਦੁਖੀ ਤੋਂ ਤੁਹਾਨੂੰ ਸੁਖੀ ਕਰ ਦੇਗਾ, ਬਿਮਾਰ ਤੋਂ ਤੁਹਾਨੂੰ ਤੰਦਰੁਸਤ ਕਰ ਦੇਗਾ, ਆਦਰ ਮਾਣ ਤੁਹਾਨੂੰ ਦਿਲਾਏਗਾ, ਤੁਹਾਨੂੰ ਚੜ੍ਹਦੀਆਂ ਕਲਾਂ 'ਚ ਰੱਖੇਗਾ, ਡਿਪਰੈਸ਼ਨ 'ਚੋਂ ਬਾਹਰ ਕੱਢ ਦੇਗਾ। ਬੇਅੰਤ ਲਾਭ ਨੇ ਨਾਮ ਜਪਣ ਦੇ। ਉੱਠਦੇ ਬੈਠਦੇ ਤੁਰਦੇ ਫਿਰਦੇ ਜਿੰਨਾ ਵੀ ਸਮਾਂ ਮਿਲੇ ਨਾਮ ਜਪੋ ਜਾਂ ਬਾਣੀ ਪੜ੍ਹੋ। ਬਾਣੀ 'ਚ ਰੁਚੀ ਹੈ, ਬਾਣੀ ਪੜ੍ਹੋ। ਨਾਮ ਜਪਣ 'ਚ ਰੁਚੀ ਹੈ, ਨਾਮ ਜਪੋ। ਸਮਾਂ ਗੱਲਾਂ ਬਾਤਾਂ 'ਚ ਗੱਪਾਂ ਮਾਰ ਕੇ ਵਿਅਰਥ ਨਹੀਂ ਗਵਾਉਣਾ, ਕਿਉਂਕਿ ਕਿਤੇ ਸਾਨੂੰ ਇਹ ਨਹੀਂ ਪਤਾ ਵੀ ਕਿੰਨਾ ਸਮਾਂ ਹੋਰ ਮਿਲਿਆ ਸਾਨੂੰ ਜ਼ਿੰਦਗੀ ਦਾ। ਜੇ ਤਾਂ ਪੱਕਾ ਪਤਾ ਹੋਵੇ, ਹੁਣ ਜਿਵੇਂ ਸਰਕਾਰਾਂ ਨੂੰ ਹੈ ਵੀ ਅਸੀਂ ਵੱਧ ਤੋਂ ਵੱਧ 5 ਸਾਲ ਰਹਿਣਾ, 5 ਈਅਰ ਪਲਾਨ ਬਣਾਉਂਦੀਆਂ ਉਹ। ਜਦੋਂ ਦੇਸ਼ ਆਜ਼ਾਦ ਹੋਇਆ ਤਾਂ 5 ਈਅਰ ਪਲਾਨ ਬਣਾਈ ਜਾਂਦੇ, 5 ਸਾਲਾਂ 'ਚ ਅਸੀਂ ਆਹ ਕੁਛ ਕਰਨਾ। ਕਿਉਂ? ਉਹਨਾਂ ਨੇ ਅਸੀਂ ਪਤਾ ਨਹੀਂ ਮੁੜ ਕੇ ਅਸੀਂ ਜਿੱਤਣੇ ਕਿ ਨਹੀਂ ਜਿੱਤਣਾ। ਪਲਾਨ ਬਣਾ ਲੈ 10 ਸਾਲਾਂ ਦੀ, ਹਾਰ ਜਾਣ 5 ਸਾਲਾਂ ਬਾਅਦ, ਫਿਰ ਗੱਲ ਨਹੀਂ। ਉਹ ਪਲਾਨ ਹੀ 5 ਸਾਲ ਦੀ ਬਣਾਉਂਦੇ ਸੀ। ਅਸੀਂ ਤਾਂ 5 ਸਾਲ ਦੀ ਵੀ ਐਕਚੁਅਲੀ ਨਹੀਂ ਬਣਾ ਸਕਦੇ, ਪਤਾ ਹੀ ਨਹੀਂ ਕੱਲ੍ਹ ਨੂੰ ਜਿਉਣਾ ਕਿ ਨਹੀਂ ਜਿਉਣਾ। ਉਹ ਤਾਂ ਚਲੋ ਫਿਰ ਵੀ ਉਮੀਦ ਲਾਈ ਰਵੇ ਅਸੀਂ ਜਿੱਤ ਗਏ ਹਾਂ, ਹੁਣ 5 ਸਾਲ ਦੇ ਰਹਾਂਗੇ ਹਾਂ। ਸਰਕਾਰ ਤਾਂ 5 ਸਾਲ ਰਹਿ ਸਕਦੀ ਹੈ, ਪਰ ਜ਼ਰੂਰੀ ਨਹੀਂ ਕਿ ਜਿਹੜਾ ਸਰਕਾਰ ਚਲਾ ਰਿਹਾ ਉਹ 5 ਸਾਲ ਜ਼ਰੂਰ ਰਹੇ। ਇਹ ਨਹੀਂ। ਇਸ ਲਈ ਅਸੀਂ ਕੋਈ ਲੰਮਾ ਪ੍ਰੋਗਰਾਮ ਵੀ ਨਹੀਂ ਬਣਾ ਸਕਦੇ। ਬਸ ਜਿਹੜਾ ਸਾਡੇ ਕੋਲ ਸਮਾਂ ਹੈ, ਬਸ ਉਹਦੀ ਸਦਵਰਤੋਂ ਕਰਨੀ। ਅੱਜ ਹੀ ਹੈ ਸਾਡੇ ਕੋਲ। ਇੰਗਲਿਸ਼ ਵਾਲੇ ਕਹਿੰਦੇ ਟਮਾਰੋ ਕਮਜ਼ ਨੈਵਰ। ਕੱਲ੍ਹ ਤਾਂ ਆਉਂਦੀ ਹੀ ਨਹੀਂ, ਕੱਲ੍ਹ ਤਾਂ ਆਉਂਦੀ ਨਹੀਂ। ਜਦੋਂ ਕੱਲ੍ਹ ਆਏਗੀ ਅੱਜ ਹੋ ਜਾਏਗੀ। ਇਹ ਨਾ, ਇਸ ਲਈ ਜੋ ਵੀ ਕਰਨਾ ਅੱਜ ਕਰਨਾ। ਦੇਖੋ ਇੰਗਲਿਸ਼ ਕਿੰਨੀ ਪ੍ਰਸਿੱਧ ਕਹਾਵਤ ਹੈ, ਡੂ ਨਾਟ ਪੁੱਟ ਆਫ ਟਿਲ ਟਮਾਰੋ ਵਟ ਯੂ ਕੈਨ ਡੂ ਟੂਡੇ। ਜੋ ਤੁਸੀਂ ਅੱਜ ਕਰ ਸਕਦੇ ਹੋ ਉਹਨੂੰ ਕੱਲ੍ਹ 'ਤੇ ਨਾ ਛੱਡੋ, ਵੀ ਪਤਾ ਨਹੀਂ ਕੱਲ੍ਹ ਆਉਣਾ ਕਿ ਨਹੀਂ ਆਉਣਾ। ਇਹ ਕੀ ਪਤਾ ਵੀ ਕੱਲ੍ਹ ਆਉਣਾ ਕਿ ਨਹੀਂ ਆਉਣਾ। ਇਸ ਲਈ ਜਿੰਨਾ ਵੀ ਸਮਾਂ ਮਿਲੇ ਉਹਦੀ ਸਹੀ ਵਰਤੋਂ ਕਰਨੀ। ਸ਼ੁਭ ਕਰਮ ਕਰੋ, ਆਪਣੀ ਭਜਨਬੰਦੀ ਕਰੋ, ਪਰਿਵਾਰ ਪਾਲੋ। ਬਸ ਕੋਈ ਲੰਬੀ ਚੌੜੀ ਫਿਲਾਸਫੀ ਨਹੀਂ ਗੁਰੂ ਨਾਨਕ ਦੇ ਦਿੱਤੀ। ਉਹ ਕਹਿੰਦੇ ਭਾਈ ਸ਼ੁਭ ਕਰਮ ਕਰਦੇ ਰਹੋ,
ਨਾਮ ਜਪੀ ਜਾਓ, ਆਪਣਾ ਪਰਿਵਾਰ ਪਾਲਦੇ ਰਹੋ, ਬਸ ਹੋਰ ਤੇ ਕੀ ਹੈ। ਇਹ ਤਾਂ ਬੰਦੇ ਸ਼ੁਭ ਕਰਮ ਨਹੀਂ ਕਰਦੇ, ਪੁੱਠੇ ਕੰਮ ਕਰਦੇ ਨੇ, ਫਿਰ ਵਕਤ ਨੂੰ ਫੜੇ ਜਾਂਦੇ ਨੇ। ਫਿਰ ਵਕਤ ਨੂੰ ਫੜਿਆ ਹੋਇਆ ਬੰਦੇ ਕੋਲ ਭਜਨ ਬੰਦਗੀ ਲਈ ਟਾਈਮ ਹੀ ਨਹੀਂ ਹੁੰਦਾ। ਇਸ ਲਈ ਗੁਰੂ ਮਹਾਰਾਜ ਕਹਿੰਦੇ, ਭਾਈ ਰੇ ਦਾਸਨ ਦਾਸਾ ਹੋਏ, ਗੁਰ ਕੀ ਸੇਵਾ ਗੁਰ ਭਗਤ ਹੈ, ਵਿਰਲਾ ਪਾਏ ਕੋਏ। ਹੇ ਭਾਈ, ਤੂੰ ਦਾਸਾਂ ਦਾ ਦਾਸ ਹੋ ਜਾ, ਜਿਹੜੇ ਪਰਮਾਤਮਾ ਦੇ ਭਗਤ ਨੇ, ਤੂੰ ਅੱਗੇ ਉਹਨਾਂ ਦਾ ਸੇਵਕ ਹੋ ਜਾ। ਮੈਂ ਦੇਖਿਆ ਕਿਸੇ ਦਫ਼ਤਰ ਦੇ ਵਿੱਚ ਅਫਸਰ ਤੁਹਾਨੂੰ ਨਹੀਂ ਜਾਣਦਾ, ਪਰ ਪੀਅਣ ਨਾਲ ਤੁਹਾਡੀ ਬਹੁਤ ਬਣਦੀ ਹੈ। ਉਹਨੂੰ ਕਹੋ ਵੀ ਦੇਖ ਭਰਾਵਾ, ਮੈਂ ਨਹੀਂ ਇੱਥੇ ਕਿਸੇ ਹੋਰ ਨੂੰ ਜਾਣਦਾ ਤੇਰੇ ਬਿਨਾਂ, ਜਿਵੇਂ ਮਰਜ਼ੀ ਹੈ ਮੇਰਾ ਕੰਮ ਕਰਾ ਕੇ ਦੇ, ਅਤੇ ਉਹ ਤੁਹਾਡਾ ਕੰਮ ਕਰਾ ਦੇਗਾ। ਉਹ ਤੁਹਾਡਾ ਕੰਮ ਕਰਾ ਦੇਗਾ, ਕਿਉਂਕਿ ਤੁਸੀਂ ਇੱਕ ਨੂੰ ਹੀ ਫੜ ਲਿਆ ਹੈ। ਜੇ ਤੁਸੀਂ ਦੋ ਦੇ ਕੋਲ ਸਿਫਾਰਿਸ਼ ਲਓਗੇ, ਤੁਹਾਡਾ ਕੰਮ ਨਹੀਂ ਹੋਵੇਗਾ। ਤੁਸੀਂ ਦੋ ਬੇੜੀਆਂ 'ਚ ਪੈਰ ਰੱਖ ਲਿਓ, ਉਹ ਕਹੇਗਾ ਉਹ ਕਰੂਗਾ, ਉਹ ਕਹੇਗਾ ਉਹ ਕਰੇਗਾ। ਇਸ ਲਈ ਕਹਿੰਦੇ, ਜੇ ਤੁਸੀਂ ਆਪ ਦਾਸ ਨਹੀਂ ਹੋ ਸਕਦੇ ਤਾਂ ਦਾਸ ਦੇ ਅੱਗੇ ਦਾਸ ਹੀ ਹੋ ਜਾਓ, ਦਾਸ ਹੀ ਹੋ ਜਾਓ। ਗੁਰ ਕੀ ਸੇਵਾ ਗੁਰ ਭਗਤ ਹੈ। ਗੁਰੂ ਦੀ ਸੇਵਾ ਅਸਲ ਗੁਰੂ ਦੀ ਭਗਤੀ ਹੈ। ਸੇਵਾ ਕਰਨਾ ਹੀ ਭਗਤੀ ਹੈ। ਫਿਰਲਾ ਪਾਏ ਕੋਏ, ਪਰ ਗੁਰੂ ਦੀ ਸੇਵਾ ਦਾ ਜਿਹੜਾ ਮੌਕਾ ਹੈ ਕਿਸੇ ਵਿਰਲੇ ਟਾਵੇਂ ਨੂੰ ਮਿਲਦਾ ਹੈ। ਗੁਰੂ ਦੀ ਸੇਵਾ ਕੋਈ ਵਿਰਲੇ ਟਾਵੇਂ ਨੂੰ ਮਿਲਦੀ ਹੈ, ਅਤੇ ਗੁਰੂ ਦੀ ਸੇਵਾ ਹੀ ਅਸਲ 'ਚ ਭਗਤੀ ਹੈ। ਸਦਾ ਸੁਹਾਗ ਸੁਹਾਗਣੀ, ਜੇ ਚੱਲਹਿ ਸਤਿਗੁਰ ਭਾਏ, ਸਦਾ ਪਿਰ ਨਿਹਚਲ ਪਾਈਐ, ਨਾ ਉਹ ਮਰੈ ਨਾ ਜਾਏ। ਸ਼ਬਦ ਮਿਲੀ ਨਾ ਵਿਛੜੈ, ਪਿਰ ਕੈ ਅੰਕ ਸਮਾਏ। ਸਦਾ ਸੁਹਾਗ ਸੁਹਾਗਣੀ, ਜੇ ਚੱਲੈ ਸਤਿਗੁਰ ਭਾਏ। ਹੇ ਜੇ ਭਾਏ ਤੂੰ ਗੁਰੂ ਦੀ ਮਰਜ਼ੀ ਅਨੁਸਾਰ ਚੱਲੇਂਗੀ ਨਾ, ਭਾਏ ਮੈਨੇ ਮਰਜ਼ੀ, ਜੇ ਚੱਲੈ ਸਤਿਗੁਰ ਭਾਏ। ਹੇ ਜੀਵ ਇਸਤਰੀ, ਜੇ ਤੂੰ ਗੁਰੂ ਦੀ ਮਰਜ਼ੀ ਅਨੁਸਾਰ ਚੱਲੇਂਗੀ, ਸਦਾ ਸੁਹਾਗ ਸੁਹਾਗਣੀ, ਤੂੰ ਸਦਾ ਸੁਹਾਗਣ ਰਹੇਂਗੀ, ਕਿਉਂਕਿ ਤੇਰਾ ਜਿਹੜਾ ਸੁਹਾਗ ਹੈ ਪਰਮਾਤਮਾ ਹੈ, ਉਹਨੇ ਮਰਨਾ ਹੀ ਨਹੀਂ, ਇਸ ਲਈ ਤੂੰ ਸਦਾ ਹੀ ਸੁਹਾਗਣ ਰਹਿਣਾ। ਅਸੀਂ ਸੁਹਾਗਣ ਤਾਂ ਹੀ ਹੋ ਸਕਦੇ ਹਾਂ ਜੇ ਗੁਰੂ ਦੇ ਆਖੇ ਲੱਗਾਂਗੇ। ਸੋ ਜਿਹੜਾ ਗੁਰੂ ਦੇ ਆਖੇ ਲੱਗਦਾ, ਗੁਰੂ ਦੀ ਮਰਜ਼ੀ ਅਨੁਸਾਰ ਚੱਲਦਾ ਹੈ, ਕਹਿੰਦੇ ਉਹ ਤਾਂ ਸਦਾ ਹੀ ਸੁਹਾਗਣ। ਸਦਾ ਪਿਰ ਨਿਹਚਲ ਪਾਈਏ, ਨਾ ਉਹ ਮਰੇ ਨਾ ਜਾਏ। ਉਹਨੂੰ ਸਦਾ ਰਹਿਣ ਵਾਲਾ ਪਰਮਾਤਮਾ ਪਤੀ ਦੇ ਤੌਰ 'ਤੇ ਮਿਲ ਜਾਂਦਾ ਹੈ। ਹੁਣ ਪਰਮਾਤਮਾ ਪਤੀ ਨੇ ਉਸਨੇ ਨਾ ਮਰਨਾ, ਨਾ ਆਉਣਾ, ਨਾ ਜਾਣਾ। ਸ਼ਬਦ ਮਿਲੇ ਨਾ ਵਿਛੜੈ, ਪਿਰ ਕੈ ਅੰਕ ਸਮਾਏ। ਨਾਮ ਸ਼ਬਦ ਦੇ ਵਿੱਚ ਦੋ ਚੀਜ਼ਾਂ ਹੁੰਦੀਆਂ, ਇੱਕ ਹੁੰਦਾ ਗੁਰੂ ਦਾ ਉਪਦੇਸ਼, ਦੂਸਰਾ ਹੁੰਦਾ ਨਾਮ। ਦੋਨਾਂ ਨੂੰ ਰਲਾ ਕੇ ਕਹਿੰਦੇ ਨੇ ਸ਼ਬਦ। ਗੁਰੂ ਦੇ ਉਪਦੇਸ਼ ਰਾਹੀਂ ਅਤੇ ਨਾਮ ਰਾਹੀਂ ਜੋ ਪਰਮਾਤਮਾ ਨਾਲ ਇੱਕ ਵਾਰੀ ਮਿਲ ਜੇ ਨਾ ਵਿਛੜੈ, ਫਿਰ ਉਹ ਵਿਛੜਦੀ ਨਹੀਂ। ਪਿਰ ਕੈ ਅੰਕ ਸਮਾਏ। ਅੰਕ ਹੁੰਦੀ ਗੋਦ, ਉਹ ਆਪਣੇ ਪ੍ਰਭੂ ਪਤੀ ਦੀ ਗੋਦ ਵਿੱਚ ਸਮਾ ਜਾਂਦੀ ਹੈ, ਲੀਨ ਹੋ ਜਾਂਦੀ ਹੈ। ਸੋ ਦੱਸਿਆ ਸਾਨੂੰ ਕਿ ਮਿਲਣ ਦਾ ਕੀ ਢੰਗ ਹੈ, ਸ਼ਬਦ ਹੈ। ਇਹ ਬਾਣੀ ਅਤੇ ਪਰਮਾਤਮਾ ਦਾ ਨਾਮ ਜੋ ਸਾਨੂੰ ਗੁਰਮੰਤਰ ਮਿਲਿਆ ਹੋਇਆ। ਬਾਣੀ ਅਤੇ ਗੁਰਮੰਤਰ, ਇਹ ਦੋ ਚੀਜ਼ਾਂ ਹੀ ਸਾਨੂੰ ਪਰਮਾਤਮਾ ਨਾਲ ਮਿਲਾ ਸਕਦੀਆਂ ਹਨ। ਇਕੱਲੀ ਬਾਣੀ ਵੀ ਮਿਲਾ ਸਕਦੀ ਹੈ, ਇਕੱਲਾ ਨਾਮ ਵੀ ਮਿਲਾ ਸਕਦਾ ਹੈ। ਦੋਨੋਂ ਜੀ ਕਦੇ ਦੋਨੋਂ ਚੀਜ਼ਾਂ ਪੜ੍ਹ ਜਾਏ, ਇੱਕ ਨੂੰ ਜੀ ਕਦੇ ਇੱਕ ਨੂੰ। ਹੁਣ ਜਿੰਨੇ ਭਗਤ ਹੋਏ ਆਪਣੇ, ਉਹ ਕੋਈ ਗ੍ਰੰਥ ਨਹੀਂ ਸਨ ਪੜ੍ਹਦੇ, ਕਿਉਂਕਿ ਅਨਪੜ੍ਹ ਸਨ ਸਾਰੇ, ਅਤੇ ਗ੍ਰੰਥ ਉਦੋਂ ਸਾਰੇ ਸੰਸਕ੍ਰਿਤ 'ਚ ਲਿਖੇ ਹੁੰਦੇ ਸੀ, ਅਤੇ ਪੰਡਤ ਤੇ ਉਹਨਾਂ ਨੂੰ ਮੰਦਰ 'ਚ ਨਹੀਂ ਸੀ ਵੜਨ ਦੇ, ਪੜ੍ਹਾਉਣ ਦੇ ਕਿੰਨੇ ਸੀ। ਇਸ ਲਈ ਸਿਮਰਨ ਕਰਦੇ ਰਹਿੰਦੇ ਸੀ ਬਸ। ਆਪਣੇ ਕੋਲ ਤਾਂ ਫਿਰ ਵੀ ਬਾਣੀ ਹੈਗੀ ਨਾ, ਆਪਾਂ ਬਾਣੀ ਵੀ ਪੜ੍ਹ ਲੈਂਦੇ ਹਾਂ, ਸਿਮਰਨ ਵੀ ਕਰ ਲੈਂਦੇ ਹਾਂ। ਉਹ ਤਾਂ ਇਕੱਲੇ ਹੀ ਸਿਮਰਨ ਕਰਦੇ ਸਨ ਬਸ।
ਸੋ ਇਕੱਲੀ ਬਾਣੀ ਨਾਲ ਵੀ ਪਰਮਾਤਮਾ ਮਿਲ ਜਾਂਦਾ ਹੈ, ਇਕੱਲੇ ਸਿਮਰਨ ਨਾਲ ਮਿਲ ਜਾਂਦਾ, ਪਰ ਸਿੱਖ ਨੂੰ ਦੋਨੋਂ ਕਰਨ ਲਈ ਕਿਹਾ, ਕਿਉਂਕਿ ਅਸੀਂ ਨਿਤਨੇਮ ਵੀ ਕਰਨਾ। ਸੋ ਹੁਕਮ ਹੈ ਸਾਨੂੰ ਭਾਈ, ਸਵੇਰੇ 5 ਬਾਣੀ ਦਾ ਪਾਠ ਕਰੋ, ਸ਼ਾਮ ਨੂੰ ਰਹਿ ਰਸ ਕਰੋ, ਰਾਤ ਨੂੰ ਸੋਹਲੇ ਸਾਹਿਬ ਦਾ ਪਾਠ ਕਰੋ। ਇਹ ਤਾਂ ਜ਼ਰੂਰ ਕਰਨੇ, ਬਾਕੀ ਜਿੰਨਾ ਸਮਾਂ ਮਿਲੇ ਆਪਣਾ ਸਿਮਰਨ ਕਰੋ। ਸੋ ਇਹ ਸ੍ਰੀ ਜਿਹੜਾ ਸ਼ਬਦ ਹੈ, ਇਹ ਪਰਮਾਤਮਾ ਨੂੰ ਮਿਲਾਉਣ ਦਾ ਸਾਧਨ ਹੈ। ਇੱਕ ਵਾਰੀ ਫਿਰ ਜਿਹੜਾ ਪਰਮਾਤਮਾ ਨਾਲ ਮਿਲ ਜਾਂਦਾ, ਫਿਰ ਵਿਛੜਦਾ ਨਹੀਂ, ਬਸ ਉਹ ਪਰਮਾਤਮਾ ਦੀ ਗੋਦ ਵਿੱਚ ਹੀ ਹਮੇਸ਼ਾ ਰਹਿੰਦੇ। ਹਰ ਨਿਰਮਲ ਅਤ ਊਜਲਾ, ਬਿਨ ਗੁਰ ਪਾਇਆ ਨਾ ਜਾਏ, ਪਾਠ ਪੜ੍ਹੈ ਨਾ ਬੁਝੇ, ਭੇਖੀ ਭਰਮ ਭੁਲਾਏ, ਗੁਰਮਤੀ ਹਰ ਸਦਾ ਪਾਇਆ, ਰਸਨਾ ਹਰ ਰਸ ਸਮਾਏ। ਹਰ ਨਿਰਮਲ ਅਤ ਉਜਲਾ, ਪਰਮਾਤਮਾ ਅਤੀ ਨਿਰਮਲ ਹੈ, ਅਤੀ ਉਜਲ ਹੈ, ਸਾਫ ਨੂੰ ਕਹਿੰਦੇ ਉਜਲ। ਬਿਨ ਗੁਰ ਪਾਇਆ ਨਾ ਜਾਏ, ਪਰ ਇਹੋ ਜਿਹਾ ਪਰਮਾਤਮਾ ਗੁਰੂ ਤੋਂ ਬਿਨਾਂ ਨਹੀਂ ਮਿਲਦਾ, ਕਿਉਂਕਿ ਗੁਰੂ ਦੇ ਗੁਰਮੰਤਰ ਅਤੇ ਗੁਰੂ ਦੇ ਉਪਦੇਸ਼ ਨੇ ਸਾਡੇ ਮਨ ਨੂੰ ਨਿਰਮਲ ਕਰਨਾ ਹੈ। ਅਸਲ ਸਾਡਾ ਪਰਮਾਤਮਾ ਨਾਲ ਕਿਉਂ ਨਹੀਂ ਮੇਲ ਹੁੰਦਾ? ਕਿੰਨੇ ਸਮੇਂ ਹੋ ਗਏ ਲੱਗੇ ਹਨ, ਅਜੇ ਮਨ ਸਾਫ਼ ਹੀ ਨਹੀਂ ਹੋਇਆ। ਪਰਮਾਤਮਾ ਸਾਫ਼ ਹੈ, ਸਾਫ਼ ਦੇ ਵਿੱਚ ਸਾਫ਼ ਹੀ ਮਿਲ ਸਕਦਾ ਹੈ, ਜਿਵੇਂ ਦੁੱਧ ਦੇ ਵਿੱਚ ਪਾਣੀ ਹੀ ਮਿਲ ਸਕਦਾ, ਕਿਉਂਕਿ ਦੋਨੋਂ ਚਿੱਟੇ ਨੇ, ਹੋਰ ਚੀਜ਼ ਨਹੀਂ ਮਿਲਦੀ ਛੱਤੀ ਵਿੱਚ, ਕਿਉਂ ਰੰਗਦਾਰ ਹੋਏਗੀ। ਪਾਣੀ ਵੀ ਚਿੱਟਾ ਹੈ, ਦੁੱਧ ਵੀ ਚਿੱਟਾ ਹੈ, ਇਸ ਲਈ ਦੋਨੋਂ ਆਪਸ 'ਚ ਮਿਲ ਸਕਦੇ ਨੇ। ਪਰਮਾਤਮਾ ਨਿਰਮਲ ਹੈ, ਅਸੀਂ ਮੈਲੇ ਹਾਂ, ਇਸ ਲਈ ਸਾਡਾ ਉਹਦੇ ਨਾਲ ਮੇਲ ਹੀ ਨਹੀਂ ਹੁੰਦਾ। ਹੁਣ ਸਵਾਲ ਪੈਦਾ ਹੁੰਦਾ ਕਿ ਅਸੀਂ ਨਿਰਮਲ ਹੋਈਏ ਕਿਵੇਂ? ਇੱਕ ਸ਼ਰਤ ਹੈ ਕਿ ਅੱਗੇ ਤੋਂ ਕੋਈ ਮਾੜਾ ਕੰਮ ਨਹੀਂ ਕਰਨਾ, ਕੋਈ ਐਸਾ ਕੰਮ ਨਹੀਂ ਕਰਨਾ ਜਿਹੜਾ ਗੁਰਬਾਣੀ ਦੇ ਵਿਰੁੱਧ ਹੋਵੇ। ਉਹਦੇ ਨਾਲ ਕੀ ਹੋਏਗਾ? ਸਾਨੂੰ ਨਵੀਂ ਮੈਲ ਨਹੀਂ ਲੱਗੇਗੀ। ਜਿਹੜੀ ਪਹਿਲੀ ਲੱਗੀ ਹੋਈ ਹੈ ਉਹ ਅਸੀਂ ਬਾਣੀ ਪੜ੍ਹ ਕੇ ਅਤੇ ਸਿਮਰਨ ਕਰ ਕਰਕੇ ਉਸ ਮੈਲ ਨੂੰ ਲਾ ਲਾਂਗੇ। ਜਿਸ ਜਨਮ ਦੇ ਵਿੱਚ ਵੀ ਉਹ ਮੈਲ ਲੈ ਗਈ, ਉਸੇ ਜਨਮ 'ਚ ਹੀ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਣੀ ਹੈ। ਇਸ ਲਈ ਆਹ ਗੱਲ ਦਾ ਖਿਆਲ ਰੱਖਣਾ। ਮੰਨ ਲਓ ਅੱਜ ਤੱਕ ਕੋਈ ਮਨੁੱਖ ਕੁਝ ਵੀ ਕਰਦਾ ਰਿਹਾ, ਅੱਜ ਉਹਨੇ ਸੰਗਤ ਕੀਤੀ ਹੈ, ਉਹਨੂੰ ਪਤਾ ਲੱਗ ਗਿਆ ਵੀ ਅੱਛਾ ਜੀਵਨ ਦਾ ਉਦੇਸ਼ ਪਰਮਾਤਮਾ ਦੀ ਪ੍ਰਾਪਤੀ ਹੈ, ਅਤੇ ਪਰਮਾਤਮਾ ਦੀ ਪ੍ਰਾਪਤੀ ਕਿਸ ਢੰਗ ਨਾਲ ਹੋਣੀ ਹੈ ਕਿ ਅੱਜ ਤੋਂ ਬਾਅਦ ਕੋਈ ਮਾੜਾ ਕਰਮ ਨਹੀਂ ਕਰਨਾ, ਅਤੇ ਗੁਰੂ ਨੇ ਜਿਹੜਾ ਗੁਰਮੰਤਰ ਦਿੱਤਾ ਹੈ ਉਹਦਾ ਜਾਪ ਕਰਦੇ ਰਹਿਣਾ ਬਸ, ਅਤੇ ਇੱਕ ਦਿਨ ਪ੍ਰਾਪਤੀ ਹੋ ਜਾਏਗੀ। ਗਨਕਾ ਵਰਗਿਆਂ ਜਿਹੜੇ ਸਾਰੀ ਉਮਰ ਜਿਹੜਾ ਹੈ ਆਪਣਾ ਵੇਸਵਾਪੁਣਾ ਕਰਦੇ ਰਹੇ, ਪਰ ਉਹਨੇ ਫੈਸਲਾ ਕਰ ਲਿਆ ਕਿ ਅੱਜ ਤੋਂ ਬਾਅਦ ਜਿੱਦੇ ਸਾਧੂ ਮਿਲਿਆ ਸੀ ਨੂੰ ਵੀ ਅੱਜ ਤੋਂ ਬਾਅਦ ਮੈਂ ਵੇਸਵਾਪੁਣਾ ਨਹੀਂ ਕਰਾਂਗੀ, ਬੰਦ ਕਰਤਾ, ਅਤੇ ਦਿਨ ਰਾਤ ਰਾਮ 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 ਕਰਦੀ ਰਹਿੰਦੀ ਹੈ। ਅਤੇ ਭਾਈ ਗੁਰਦਾਸ ਜੀ ਕਹਿੰਦੇ ਅਖੀਰ ਨੂੰ ਜਿਹੜਾ ਹੈ ਸਵਰਗਾਂ ਨੂੰ ਚਲੇਗੀ, ਕਿਉਂ ਫੈਸਲਾ ਕਰ ਲਿਆ। ਜੋ ਇਹ ਕਹਿੰਦੀ ਮੈਂ ਤਾਂ ਪਾਪੜ ਰਹੀ ਹਾਂ ਜੀ, ਮੈਂ ਤਾਂ ਵੇਸਵਾ ਰਹੀ ਹਾਂ, ਮੈਨੂੰ ਰੱਬ ਕਿੱਥੇ ਮਿਲਣਾ ਜੀ ਹੈ, ਇਸ ਤਰ੍ਹਾਂ ਨਹੀਂ ਸੋਚਣਾ। ਸਾਡੇ ਸਾਹਮਣੇ ਉਦਾਹਰਨਾਂ ਨੇ। ਅਜਾਮਲ ਹੋਇਆ ਪੰਡਤ, ਉਹਦਾ ਬਾਪ ਰਾਜੇ ਦਾ ਰਾਜੇ ਦੇ ਦਰਬਾਰ 'ਚ ਕਥਾ ਕਰਿਆ ਕਰਦਾ ਸੀ। ਚਲੋ ਬਹੁਤ ਵਧੀਆ ਕਥਾਕਾਰ ਸੀ, ਮੁੰਡਾ ਵੀ ਰੋਜ਼ ਕਥਾ ਸੁਣਨ ਆਉਂਦਾ ਹੁੰਦਾ ਸੀ। ਅਜਾਮਲ ਵੀ ਸਮਾਂ ਪਾ ਕੇ ਉਹਦਾ ਅਜਾਮਲ ਦਾ ਬਾਪ ਸਵਰਗਵਾਸ ਹੋ ਗਏ। ਰਾਜੇ ਨੇ ਉਹਦੇ ਮੁੰਡੇ ਅਜਾਮਲ ਨੂੰ ਕਥਾ ਕਰਨ 'ਤੇ ਰੱਖ ਲਿਆ ਵੀ ਤੂੰ ਲੱਗ ਜਾ ਭਾਈ ਪ੍ਰਭਾਵ ਦੀ ਥਾਂ 'ਤੇ, ਜਿਵੇਂ ਸਰਕਾਰ ਪਿਤਾ ਦੀ ਥਾਂ 'ਤੇ ਪੁੱਤਰ ਨੂੰ ਨੌਕਰੀ ਦਿੰਦੀ ਹੈ, ਉਹਨੂੰ ਰੱਖ ਲਿਆ ਹੈ। ਕੁਝ ਸਮੇਂ ਬਾਅਦ ਰਾਜੇ ਨੂੰ ਪਤਾ ਲੱਗਾ ਵੀ ਇਹ ਵੇਸਵਾ ਕੋਲੇ ਜਾਂਦਾ ਹੈ। ਰਾਜੇ ਨੇ ਭਰੇ ਦਰਬਾਰ 'ਚ ਇੱਕ ਦਿਨ ਸੱਦ ਲਿਆ ਨੂੰ, ਕਹਿੰਦਾ ਸੱਚੋ ਸੱਚ ਦੱਸੀ ਤੂੰ ਵੇਸਵਾ ਕੋਲੇ ਜਾਂਦਾ? ਕਹਿੰਦਾ ਹਾਂਜੀ ਜਾਨਾ। ਕਹਿੰਦਾ ਸੁਣ, ਜਾਂ ਜੇ ਇੱਥੇ ਕਥਾ ਕਰਨੀ ਹੈ ਤਾਂ ਵੇਸਵਾ ਕੋਲੇ ਨਹੀਂ ਜਾਣਾ, ਜੇ ਵੇਸਵਾ ਕੋਲੇ ਜਾਣਾ ਫਿਰ ਇੱਥੇ ਕਥਾ ਨਹੀਂ ਕਰਨੀ। ਬੋਲ ਕਿਹੜੀ ਗੱਲ ਮਨਜ਼ੂਰ ਹੈ?
ਕਹੇ ਜੀ ਮੈਂ ਕਥਾ ਛੱਡੀ ਪਰ ਮੈਂ ਵੇਸਵਾ ਨੂੰ ਹੀ ਨਹੀਂ ਛੱਡ ਸਕਦਾ। ਰਾਜੇ ਨੂੰ ਚੜ੍ਹਿਆ ਗੁੱਸਾ, ਉਹਨੇ ਨੌਕਰਾਂ ਨੂੰ ਹੁਕਮ ਕਰਤਾ ਕਿ ਮੇਰੇ ਦੇਸ਼ ਵਿੱਚ ਇਹਨੂੰ ਬਾਹਰ ਕੱਢੋ ਮੇਰੀ ਹੱਦ ਤੋਂ। ਉਹਨਾਂ ਉਸ ਵੇਸਵਾ ਨੂੰ ਫੜਿਆ, ਉਹਨੂੰ ਅਜਾਮਲ ਨੂੰ ਫੜਿਆ, ਰਾਜੇ ਦੇ ਜਿੱਥੋਂ ਤੱਕ ਇਲਾਕਾ ਸੀ ਉੱਥੋਂ ਬਾਹਰ ਕੱਢਿਆ ਉਹਨਾਂ। ਅੱਗੇ ਜੰਗਲ ਸੀ, ਹੁਣ ਜੰਗਲ 'ਚ ਰਹਿਣ ਲੱਗ ਪਏ ਝੌਂਪੜੀ ਪਾ ਕੇ। ਰਾਜਾ ਆਪਣੇ ਦੇਸ਼ 'ਚ ਵੜਨ ਨਹੀਂ ਦਿੰਦਾ। ਹੁਣ ਕੀਤਾ ਕੀ ਜਾਵੇ, ਬੱਚੇ ਵੀ ਨੇ ਕੋਲ। ਹੁਣ ਕੀ ਕਰਦਾ, ਸ਼ਿਕਾਰ ਖੇਡਦਾ, ਸ਼ਿਕਾਰ ਮਾਰ ਕੇ ਲਿਆਉਂਦਾ ਹੈ, ਕੁਛ ਨੂੰ ਬਾਜ਼ਾਰ 'ਚ ਵੇਚ ਦਿੰਦਾ, ਬਾਕੀ ਆਪ ਜਿਹੜਾ ਮੀਟ ਬਣਾ ਕੇ ਭੁੰਨ ਕੇ ਉਹਨਾਂ ਖਾ ਲੈਂਦੇ ਨੇ। ਇਸ ਤਰ੍ਹਾਂ ਕਰਦਿਆਂ ਕਿੰਨੇ ਹੀ ਬੱਚੇ ਹੋ ਗਏ, ਬੜੇ ਦੁਖੀ ਨੇ ਵੀ ਕੀਤਾ ਕੀ ਜਾਵੇ। ਜਿਵੇਂ ਪਰਮਾਤਮਾ ਨੂੰ ਸੱਜਣ ਠੱਗ 'ਤੇ ਤਰਸ ਆ ਗਿਆ ਕਿ ਪਿਛਲੇ ਜਨਮ ਦਾ ਕੋਈ ਸ਼ੁਭ ਕਰਮ ਵੇਖਿਆ ਕਿ ਬੰਦਾ ਤਾਂ ਚੰਗਾ ਸੀ, ਪਰ ਇਹ ਕਿਸੇ ਕਾਰਨ ਠੱਗ ਬਣ ਗਿਆ ਹੈ। ਹੁਣ ਇਹਨੂੰ ਸੁਧਾਰਨਾ ਅਤੇ ਗੁਰੂ ਨਾਨਕ ਦੇਵ ਨੂੰ ਭੇਜਦਾ। ਗੁਰੂ ਨਾਨਕ ਸੁਧਾਰਤਾ। ਪਰਮਾਤਮਾ ਨੇ 2 ਸਾਧੂ ਉੱਥੇ ਭੇਜਤੇ। ਸਾਧੂ ਉਹਨਾਂ ਦੀ ਝੌਂਪੜੀ ਦੇ ਸਾਹਮਣੇ ਆ ਕੇ ਦਰਖਤ ਹੇਠਾਂ ਬੈਠ ਗਏ, ਆਪਣੀ ਭਜਨਬੰਦੀ ਕਰਨ ਲੱਗ ਪਏ। ਅਜਾਮਲ ਬਾਹਰ ਸ਼ਿਕਾਰ ਖੇਡਣ ਗਿਆ ਹੋਇਆ, ਉਹਦੀ ਘਰ ਵਾਲੀ ਘਰ ਹੈ। ਕਹਿੰਦੀ ਸ਼ੁਕਰ ਹੈ, ਪਤਾ ਨਹੀਂ ਕਿੰਨੇ ਸਾਲਾਂ ਬਾਅਦ ਸਾਧੂਆਂ ਦੇ ਦਰਸ਼ਨ ਹੋਏ ਨੇ। ਦੇਖਦੀ ਹੈ ਵੀ ਮੈਂ ਅੱਗੇ ਕੀ ਰੱਖਾਂ। ਦੇਖਿਆ ਵੀ ਸਿਰਫ ਭੁੱਜੇ ਹੋਏ ਛੋਲੇ ਨੇ, ਕੁਝ ਇੱਕ ਕੌਲੀ 'ਚ ਪਾ ਕੇ ਭੁੱਜੇ ਹੋਏ ਛੋਲੇ ਸਾਧੂਆਂ ਨੂੰ ਅੱਗੇ ਮੱਥਾ ਟੇਕਿਆ ਅਤੇ ਕਹਿੰਦੇ ਮਹਾਰਾਜ ਜੀ ਵੀ ਅਸੀਂ ਬਹੁਤ ਗਰੀਬ ਹਾਂ, ਠੀਕ ਹੈ, ਸਾਡੇ ਕੋਲ ਆਹੀ ਹੈ, ਵੀ ਕਿਰਪਾ ਕਰਕੇ ਛਕ ਲਓ। ਚਲੋ ਸਾਧੂ ਦਾਣੇ ਚੱਬ ਰਹੇ ਨੇ। ਇੰਨੇ ਚਿਰ ਅਜਾਮਲ ਵੀ ਜਾਨਵਰ ਮਾਰ ਕੇ ਆ ਗਿਆ। ਉਹਨੇ ਦੂਰੋਂ ਦੇਖਿਆ ਵੀ ਮਹਾਤਮਾ ਬੈਠੇ ਨੇ, ਮੇਰੀ ਘਰ ਵਾਲੀ ਕੋਲ ਬੈਠੇ। ਉਹਨੇ ਉਹ ਜਿਹੜੇ ਜਾਨਵਰ ਮਾਰ ਕੇ ਲਿਆ ਸੀ ਦੂਰ ਰੱਖ ਤੇ ਆ ਕੇ ਮਹਾਤਮਾ ਨੂੰ ਮੱਥਾ ਟੇਕਿਆ। ਸਾਰੀ ਹਾਲਤ ਦੱਸੀ ਵੀ ਸਾਡੇ 'ਤੇ ਕਿਰਪਾ ਕਰੋ ਜੀ। ਉਹ ਕਹਿੰਦੇ ਭਾਈ ਤੁਹਾਡੇ ਨਾਲ ਹੁਣ ਪੁੱਤਰ ਹੋਵੇਗਾ, ਤੁਹਾਡੇ ਹੋਏਗਾ ਪੁੱਤਰ। ਉਹਦਾ ਨਾਮ ਤੁਸੀਂ ਰੱਖਿਆ ਨਰਾਇਣ, ਹੋਰ ਕੋਈ ਨਾਂ ਨਹੀਂ ਰੱਖਣਾ। ਉਹਨੂੰ ਨਰਾਇਣ ਕਰਕੇ ਹੀ ਬੁਲਾਇਆ ਕਰਨਾ ਜਦੋਂ ਬੁਲਾਉਣਾ, ਬਸ ਤੁਹਾਡਾ ਕਲਿਆਣ ਹੋ ਜਾਏਗਾ। ਚਲੋ ਜੀ, ਸਮਾਂ ਪਾ ਕੇ ਪੁੱਤਰ ਹੋਇਆ, ਉਹਨਾਂ ਨੇ ਨਰਾਇਣ ਨਾਮ ਰੱਖ ਲਿਆ। ਕਿ ਉਹ ਪਹਿਲਾਂ ਲੜਕੀਆਂ ਸਨ, ਉਹ ਕਈ ਲੜਕੀਆਂ ਬਾਅਦ ਪੁੱਤਰ ਉਹ ਵੈਸੇ ਹੀ ਖੁਸ਼ੀ ਹੁੰਦੀ ਹੈ। ਨਾਲੇ ਸਾਧੂ ਨੇ ਕਿਹਾ ਸੀ ਵੀ ਉਹ ਤੁਹਾਡਾ ਕਲਿਆਣ ਕਰੇਗਾ। ਨਰਾਇਣ ਨਰਾਇਣ ਕਰਕੇ ਆਵਾਜ਼ਾਂ ਮਾਰਦੇ ਰਹਿੰਦੇ ਨੇ। ਅਜਾਮਲ ਦਾ ਜਦੋਂ ਅੰਤਲਾ ਸਮਾਂ ਆਇਆ ਨਾ, ਜਮਦੂਤ ਲੈਣ ਆ ਗਏ। ਜਮਦੂਤਾਂ ਨੂੰ ਵੇਖ ਕੇ ਉਹ ਇੰਨਾ ਡਰਿਆ ਕਿ ਉਹਦੇ ਮੂੰਹ 'ਚੋਂ ਡਰ ਕੇ ਨਰਾਇਣ ਨਿਕਲਿਆ ਸ਼ਬਦ। ਜਿਉਂ ਹੀ ਉਹਨੇ ਨਰਾਇਣ ਕਿਹਾ, ਉਹਦੀ ਜਿਹੜਾ ਹੈ ਜੰਮ ਦੌੜ ਗਏ ਅਤੇ ਉੱਥੇ ਦੇਵਤੇ ਆ ਗਏ। ਦੇਵਤੇ ਬਿਵਾਨ ਲੈ ਕੇ ਆ ਗਏ, ਬਿਵਾਨ 'ਚ ਬਿਠਾ ਕੇ ਉਹਨੂੰ ਸਵਰਗਾਂ ਨੂੰ ਲੈ ਗਏ। ਸੋ ਪਹਿਲ ਕਿਹੋ ਜਿਹਾ ਵੀ ਕਿਸੇ ਦਾ ਜੀਵਨ ਹੋਵੇ, ਉਸ 'ਤੇ ਅਫਸੋਸ ਨਹੀਂ ਕਰੀ ਜਾਣਾ। ਉਹ ਤਾਂ ਹੋ ਗਿਆ ਜੋ ਹੁਣ, ਅਫਸੋਸ ਕੀਤਿਆਂ ਕੁਛ ਨਹੀਂ ਹੁੰਦਾ। ਬਸ ਅੱਗੇ ਤੋਂ ਸੁਧਾਰ ਕਰ ਲੈਣਾ ਆਪਣੇ 'ਚ ਵੀ। ਸੱਚੇ ਪਾਤਸ਼ਾਹ ਹੁਣ ਤੱਕ ਜੋ ਹੋ ਗਿਆ ਮੈਂ ਤੇਰੇ ਨਾਲ ਵਾਅਦਾ ਕਰਦਾ, ਅੱਗੇ ਤੋਂ ਮੈਂ ਨਹੀਂ ਕਰਦਾ। ਅਤੇ ਭਜਨ ਬੰਦਗੀ ਕਰੀ ਜਾਓ, ਸਮਾਂ ਪਾ ਕੇ ਗੁਰੂ ਮਹਾਰਾਜ ਕਿਰਪਾ ਕਰ ਦੇਣੇ। ਕਿ ਕੋਈ ਵੀ ਦੁੱਧ ਧੋਤਾ ਨਹੀਂ ਹੁੰਦਾ, ਵੀ ਚੰਗੀ ਤਰ੍ਹਾਂ ਯਾਦ ਰੱਖਣਾ। ਕੋਈ ਤੁਹਾਨੂੰ ਦੁੱਧ ਧੋਤਾ ਨਹੀਂ ਮਿਲੇਗਾ। ਕੋਈ ਨਾ ਕੋਈ ਛੋਟਾ ਵੱਡਾ ਨੁਕਸ ਹਰ ਇਨਸਾਨ 'ਚ ਹੁੰਦਾ। ਹਰ ਇੱਕ ਨੂੰ ਪਤਾ ਹੈ ਮੇਰੇ 'ਚ ਕੀ ਨੁਕਸ ਹੈ, ਮੈਨੂੰ ਪਤਾ ਹੈ। ਤੁਹਾਡੇ 'ਚ ਕੀ ਨੁਕਸ ਹੈ, ਤੁਹਾਨੂੰ ਪਤਾ ਹੈ। ਤੁਹਾਡੇ ਨੁਕਸ ਦਾ ਮੈਨੂੰ ਨਹੀਂ ਪਤਾ, ਮੇਰੇ ਅੰਦਰਲੇ ਨੁਕਸ ਦਾ ਤੁਹਾਨੂੰ ਨਹੀਂ ਪਤਾ। ਮੇਰੇ ਉਸ ਨੁਕਸ ਦਾ ਤੁਹਾਨੂੰ ਪਤਾ ਜਿਹੜੇ ਲੋਕਾਂ ਦੇ ਸਾਹਮਣੇ ਆ ਗਏ। ਹਰ ਬੰਦੇ ਦੀ ਪ੍ਰਾਈਵੇਟ ਲਾਈਫ ਹੁੰਦੀ ਹੈ, ਇੱਕ ਸੋਸ਼ਲ ਲਾਈਫ ਹੁੰਦੀ ਹੈ। ਸੋਸ਼ਲ ਲਾਈਫ ਦੇ ਵਿੱਚ ਬੰਦਾ ਹੋਰ ਤਰੀਕੇ ਨਾਲ ਰਹਿੰਦਾ ਹੈ। ਪ੍ਰਾਈਵੇਟ ਲਾਈਫ 'ਚ ਮੈਂ ਦੇਖਿਆ ਬੰਦਾ ਹੋਰ ਤਰੀਕੇ ਨਾਲ ਰਹਿੰਦਾ ਹੈ। ਜਿਵੇਂ ਜੇ ਤੁਸੀਂ ਬਾਹਰ ਜਾਂਦੇ ਹੋ ਹੋਰ ਕੱਪੜੇ ਪਾਉਂਦੇ ਹੋ, ਘਰ ਆ ਕੇ ਹੋਰ ਕੱਪੜੇ ਪਾਉਂਦੇ ਹੋ, ਪਾਉਂਦੇ ਕਿ ਨਹੀਂ?
ਪ੍ਰਾਈਵੇਟ ਲਾਈਫ ਕਿਸੇ ਦੀ ਵਧੀਆ ਨਹੀਂ ਵੀ ਹੋ ਸਕਦੀ। ਉਹਨੂੰ ਤਾਂ ਪਤਾ ਹੈ, ਉਹਨੂੰ ਤਾਂ ਪਤਾ। ਅਸੀਂ ਆਪਣੇ ਆਪ ਨੂੰ ਲੋਕਾਂ ਤੋਂ ਛੁਪਾ ਸਕਦੇ, ਪਰ ਆਪਣੇ ਆਪ ਤੋਂ ਤਾਂ ਨਹੀਂ ਨਾ ਛੁਪਾ ਸਕਦੇ। ਹਰ ਇੱਕ ਬੰਦੇ ਨੂੰ ਪਤਾ ਹੈ ਮੇਰੇ 'ਚ ਕੀ ਨੁਕਸ ਹੈ। ਬਸ ਉਹ ਪ੍ਰਤਿੱਗਿਆ ਕਰ ਲਓ ਵੀ ਮੈਂ ਅੱਜ ਤੋਂ ਇਹ ਛੱਡਿਆ ਸੱਚੇ ਪਾਤਸ਼ਾਹ, ਅਤੇ ਮੈਂ ਹੁਣ ਨਾਮ ਜਪਿਆ ਕਰਾਂਗਾ, ਤੂੰ ਮੇਰੇ 'ਤੇ ਕਿਰਪਾ ਕਰ ਦੇਣੀ। ਜਿਹੜੀ ਬੁਰਾਈ ਸਾਡੇ ਵਿੱਚ ਸੀ, ਮਹੀਨਾ 2 ਮਹੀਨੇ ਦੇ ਬਾਅਦ ਪਰਮਾਤਮਾ ਨੇ ਉਹਦਾ ਇਮਤਿਹਾਨ ਲੈਣਾ ਵੀ ਵਾਕਈ ਛੱਡਦੀ, ਵਾਕਈ ਛੱਡਦੀ। ਉਹਨੇ ਉਹ ਹਾਲਾਤ ਪੈਦਾ ਕਰਨੇ ਨੇ ਵੀ ਦੇਖਦੇ ਹਾਂ ਇਹ ਡੋਲਦਾ, ਜੇ ਤੇ ਗਿਆ ਡੋਲ ਫਿਰ ਤਾਂ ਮੁਆਫੀ ਮਿਲਦੀ ਨਹੀਂ ਵੀ ਤੂੰ ਐਵੇਂ ਝੂਠਾ ਕਹਿੰਦਾ ਸੀ, ਤੂੰ ਝੂਠੀ ਸਹੁੰ ਚੱਕੀ ਸੀ, ਤੂੰ ਤਾਂ ਫਿਰ ਡੋਲ ਗਿਆ ਹੈ, ਫਿਰ ਨਹੀਂ ਪਾਵੇ। ਹਾਂ ਅਗਰ ਨਾ ਡੋਲਿਆ ਤਾਂ ਫਿਰ ਠੀਕ ਹੈ, ਫਿਰ ਲੱਗੇ ਰਹੋ, ਲੱਗੇ ਰਹੋ, ਇੱਕ ਦਿਨ ਪ੍ਰਾਪਤੀ ਹੋ ਜਾਏਗੀ। ਸੋ ਪਿੱਛੇ ਅਸੀਂ ਕੀ ਰਹੇ ਹਾਂ ਉਹਦਾ ਫਿਕਰ ਨਹੀਂ ਕਰਨਾ। ਜੋ ਹੋ ਗਿਆ ਹੋ ਗਿਆ ਹੈ, ਅੱਗੇ ਤੋਂ ਠੀਕ ਕਰ ਲੈਣਾ। ਚਾਹੇ 10 ਦਿਨ ਸਾਡੀ ਜ਼ਿੰਦਗੀ ਬਾਕੀ ਰਹਿ ਗਈ ਹੈ, ਅਤੇ ਚਾਹੇ 15 ਦਿਨ ਰਹਿ ਗਏ, ਚਾਹੇ 15 ਸਾਲ ਰਹਿ ਗਈ ਹੈ। ਬਸ ਅਸੀਂ ਪ੍ਰਤਿੱਗਿਆ ਕਰਨੀ। ਜੇ ਸਦਾ ਕੇਵਲ ਸਿੰਘ ਜੀ ਗਿੱਲ, ਉਹ ਚਲੇ ਗਏ ਹਜ਼ੂਰ ਸਾਹਿਬ, ਉਹਨਾਂ ਅੱਗੇ ਜਾਣਾ ਸੀ, ਉਹ ਕਿੱਥੇ ਬਿਦਰ ਜਾਣਾ ਸੀ। ਉੱਥੇ ਕੋਈ ਹੜਤਾਲ ਹੋ ਗਈ। ਹੁਣ ਗੱਡੀ ਦੀ ਟਿਕਟਾਂ ਲਈਆਂ ਹੋਈਆਂ, ਵਾਪਸ ਵੀ ਉਹ ਮੁੜਨਾ। ਉਹਨੇ ਅਰਦਾਸ ਕਰਤੀ ਜਾ ਕੇ ਦਰਬਾਰ ਸਾਹਿਬ ਵੀ ਸੱਚੇ ਪਾਤਸ਼ਾਹ ਸਵੇਰੇ ਹੜਤਾਲ ਖੁੱਲ੍ਹ ਜੇ, ਮੈਂ ਬਿਦਰ ਸਾਹਿਬ ਜਾਵਾਂ, ਅੱਜ ਤਾਂ ਫਿਰ ਮੁੜ ਕੇ ਮੈਂ ਸ਼ਰਾਬ ਨਹੀਂ ਪੀਵਾਂਗਾ। ਬਸ ਪ੍ਰਤਿੱਗਿਆ ਕਰ ਲਈ, ਸਵੇਰੇ ਹੜਤਾਲ ਖੁੱਲ੍ਹ ਗਈ, ਜਾਇਆ ਦਰਸ਼ਨ ਕਰ, ਮੁੜ ਕੇ ਨਹੀਂ ਪੀਤੀ। ਗੱਲ ਬੜੀ ਨਾ ਕੋਈ। ਅਤੇ ਜੇ ਕਹਿੰਦਾ ਚੱਲ ਹੁਣ ਦਰਸ਼ਨ ਤੇ ਕਰ ਹੀ ਲੈਣ, ਜਾ ਕੇ ਫਿਰ ਪੀ ਲਾਂਗੇ ਨਾ, ਫਿਰ ਪਰਮਾਤਮਾ ਨਾਰਾਜ਼ ਹੋਣਾ ਸੀ ਹੈ ਵੀ ਤੂੰ ਦਰਬਾਰ ਸਾਹਿਬ 'ਚ ਖਲੋ ਕੇ ਐਂ ਕਿਹਾ ਅਤੇ ਤੂੰ ਮੁੜ ਕੇ ਲੱਗਿਆ ਪੀਣ। ਫਿਰ ਕਈ ਵਾਰੀ ਜ਼ਿਆਦਾ ਸਜ਼ਾ ਮਿਲਦੀ ਪਹਿਲਾਂ ਨਾਲੋਂ। ਇਹ ਸੋ ਜੋ ਹੋ ਗਿਆ ਹੈ। ਅੱਗੇ ਤੋਂ ਆਪਣੇ ਆਪ ਨੂੰ ਸੁਧਾਰ ਕੇ ਬਸ ਫਿਰ ਨਾਮ ਜਪਣਾ, ਡਟ ਕੇ ਨਾਮ ਜਪੋ, ਬਾਣੀ ਪੜ੍ਹੋ, ਇੱਕ ਦਿਨ ਜ਼ਰੂਰ ਕਿਰਪਾ ਹੋ ਜਾਏਗੀ। ਤੋ ਤਾਂ ਗੁਰੂ ਮਹਾਰਾਜ ਕਹਿੰਦੇ ਹਰ ਨਿਰਮਲ ਅਤ ਉਜਲਾ, ਬਿਨ ਗੁਰ ਪਾਇਆ ਨਾ ਜਾਏ। ਪਰਮਾਤਮਾ ਤੇ ਅਤੀ ਨਿਰਮਲ ਹੈ, ਅਤੀ ਉਜਲਾ ਹੈ, ਉਹ ਗੁਰੂ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦਾ। ਪਾਠ ਪੜ੍ਹੈ ਨਾ ਬੁਝੀ, ਭੇਖੀ ਭਰਮ ਭੁਲਾਏ। ਪਾਠ ਕਰਨ ਵਾਲੇ ਪਾਠ ਕਰਦੇ ਨੇ, ਪਰ ਉਹ 'ਚ ਕੀ ਲਿਖਿਆ ਇਹਦੀ ਉਹਨਾਂ ਨੂੰ ਸੋਝੀ ਕੋਈ ਨਹੀਂ। ਪਾਠ ਕਰਦੇ ਨੇ, ਪਾਠ 'ਚ ਕੀ ਲਿਖਿਆ ਹੋਇਆ ਉਹਦੇ ਅਨੁਸਾਰ ਕਰਮ ਨਹੀਂ ਕਰਦੇ, ਗੱਲ ਹੀ ਬਣਦੀ ਹੈਗੀ। ਪਾਠ ਪੜ੍ਹਿਆ ਅੰਮ੍ਰਿਤ ਵੇਲਾ, ਸੱਚ ਨੋ ਵਡਿਆਈ ਵਿਚਾਰ, ਰੋਜ਼ ਪੜ੍ਹਦੇ ਨਾ ਆਪਾਂ, ਅਤੇ ਅੰਮ੍ਰਿਤ ਵੇਲੇ ਉੱਠਣਾ ਹੀ ਨਹੀਂ। ਪਾਠ ਪੜ੍ਹੈ ਨਾ ਬੁਝੇ, ਪਾਠ ਤਾਂ ਕਰਦਾ ਪਰ ਜੋ ਉਸ ਦੇ ਵਿੱਚ ਲਿਖਿਆ ਹੋਇਆ ਉਸ 'ਤੇ ਅਮਲ ਨਹੀਂ ਕਰਦਾ, ਇਸ ਲਈ ਗੱਲ ਬਣਦੀ ਨਹੀਂ, ਇਸ ਲਈ ਗੱਲ ਨਹੀਂ ਬਣਦੀ। ਭੇਖੀ ਭਰਮ ਭੁਲਾਏ, ਜਿਹਨੇ ਭੇਖ ਧਾਰਨ ਕੀਤਾ, ਕੋਈ ਚਿੱਟੇ ਕੱਪੜੇ ਪਾ ਲਏ, ਚਿੱਟੀ ਪੱਗ, ਚਿੱਟੀ ਕਮੀਜ਼, ਚਿੱਟੀ ਪਜਾਮੀ ਪਾ ਲਈ ਜਾਂ ਚੋਲਾ ਪਾ ਲਿਆ, ਕਿਸੇ ਨੇ ਜੋਗੀਏ ਰੰਗ ਦੇ ਪਾ ਲਏ, ਕਿਸੇ ਨੇ ਕਿਸੇ ਤਰ੍ਹਾਂ ਦਾ ਕਰ ਲਿਆ ਹੈ। ਜਿਹਨੇ ਭੇਖ ਧਾਰਿਆ ਹੋਇਆ ਹੈ ਉਹ ਵੀ ਭਰਮ 'ਚ ਪਰਮਾਤਮਾ ਨੂੰ ਭੁੱਲ ਗਿਆ ਹੈ। ਉਹ ਭੇਖ ਦੇ ਹਉਮੈ 'ਚ ਵੀ ਹਾਂ ਮੇਰੇ ਸਾਧੂਆਂ ਵਾਲਾ ਭੇਖ, ਉਹ ਭਰਮ 'ਚ ਪੈ ਕੇ ਰੱਬ ਨੂੰ ਹੀ ਭੁੱਲ ਜਾਂਦਾ ਹੈ। ਗੁਰਮਤੀ ਹਰ ਸਦਾ ਪਾਇਆ, ਰਸਨਾ ਹਰ ਰਸ ਸਮਾਏ। ਪਰ ਜਿਹੜਾ ਗੁਰੂ ਦੀ ਮੱਤ 'ਤੇ ਚੱਲਦਾ ਨਾ ਉਹਨੂੰ ਪਰਮਾਤਮਾ ਮਿਲਦਾ, ਅਤੇ ਉਹਦੀ ਜਿਹੜੀ ਰਸਨਾ ਹੈ ਹਰ ਰਸ ਸਮਾਏ, ਹਰੀ ਦੇ ਰਸ ਨਾਮ ਰਸ ਦੇ ਵਿੱਚ ਲੀਨ ਰਹਿੰਦੀ ਹੈ। ਉਹ ਨਾਮ ਜਪਦੀ ਰਹਿੰਦੀ ਹੈ, ਉਹਨੂੰ ਉਸ 'ਚ ਰਸ ਆਉਂਦਾ ਰਹਿੰਦਾ, ਉਹ ਜਪਦੀ ਰਹਿੰਦੀ ਹੈ। ਸੋ ਗੁਰੂ ਦੀ ਮੱਤ 'ਤੇ ਚੱਲ ਕੇ ਪਰਮਾਤਮਾ ਮਿਲਣਾ ਹੈ। ਅਤੇ ਗੁਰੂ ਮਹਾਰਾਜ ਦੇ ਗੱਲਾਂ ਹੀ ਦੋ ਕਹਿੰਦੇ ਨੇ ਬਈ ਸ਼ੁਭ ਕਰਮ ਕਰੋ ਅਤੇ ਨਾਮ ਜਪੋ, ਬਸ ਲਾ ਹੀ ਹੈ। ਹੋਰ ਕਿਆ ਸਾਰੇ ਮੈਨੂੰ ਜੇ ਕੋਈ ਪੁੱਛੇ ਬਾਬਾ ਜੀ ਸਾਰੇ ਗੁਰੂ ਗ੍ਰੰਥ ਦਾ ਤੱਤ ਸਾਰ ਇੱਕੋ ਲਾਈਨ 'ਚ ਦੱਸੋ, ਤਾਂ ਮੈਂ ਕਹਾਂਗਾ ਭਾਈ ਸ਼ੁਭ ਕਰਮ ਕਰੋ, ਨਾਮ ਜਪੋ, ਬਸ। ਇਹ ਬੰਦਾ ਨਾ ਸ਼ੁਭ ਕਰਮ ਕਰਦਾ ਨਾ ਨਾਮ ਜਪਦਾ। ਜੇ ਨਾਮ ਜਪਦਾ ਸ਼ੁਭ ਕਰਮ ਨਹੀਂ ਕਰਦਾ, ਸ਼ੁਭ ਕਰਮ ਕਰਦਾ ਨਾਮ ਨਹੀਂ ਜਪਦਾ।
ਉਹ ਬਹੁਤ ਘੱਟ ਲੋਕ ਨੇ ਜਿਹੜੇ ਸ਼ੁਭ ਕਰਮ ਵੀ ਕਰਦੇ ਅਤੇ ਨਾਮ ਵੀ ਜਪਦੇ। ਉਹਨਾਂ ਦੀ ਇੱਕ ਦਿਨ ਗੱਲ ਬਣ ਜਾਣੀ ਹੈ, ਉਹਨਾਂ ਦੀ ਇੱਕ ਦਿਨ ਗੱਲ ਬਣ ਜਾਣੀ ਹੁੰਦੀ ਹੈ। ਮਾਇਆ ਮੋਹ ਚੁਕਾਇਆ ਗੁਰਮਤੀ ਸਹਿਜ ਸੁਭਾਏ। ਜਦੋਂ ਬਿਨ ਸ਼ਬਦੈ ਜਗ ਦੁਖੀਆ ਫਿਰੈ, ਮਨ ਮੁਖਾਂ ਨੂੰ ਗਈ ਖਾਏ। ਸ਼ਬਦੇ ਨਾਮ ਧਿਆਈਐ, ਸ਼ਬਦੇ ਸੱਚ ਸਮਾਏ। ਮਾਇਆ ਮੋਹ ਚੁਕਾਇਆ ਗੁਰਮਤੀ ਸਹਿਜ ਸੁਭਾਏ। ਜਦੋਂ ਮਨੁੱਖ ਗੁਰੂ ਦੀ ਮੱਤ ਅਨੁਸਾਰ ਚੱਲਦਾ ਨਾ, ਸਹਿਜ ਸੁਭਾਅ ਹੀ ਉਹਦੇ ਅੰਦਰ ਮਾਇਆ ਦਾ ਮੋਹ ਖਤਮ ਹੋ ਜਾਂਦਾ ਹੈ, ਕਿ ਉਹ ਦਸਾਂ ਦੀ ਕਿਰਤ ਸ਼ੁਰੂ ਕਰ ਦਿੰਦਾ। ਗੁਰੂ ਦੀ ਮੱਤ 5-6 ਗੱਲਾਂ ਹੀ ਨੇ ਬਸ। ਨੰਬਰ 1, ਦਸਾਂ ਦੀ ਕਿਰਤ ਕਰਨੀ। ਕੋਈ ਚੋਰੀ, ਕੋਈ ਡਾਕਾ, ਕੋਈ ਲੁੱਟ ਖੋਹ, ਕੋਈ ਮਿਲਾਵਟਖੋਰੀ, ਕੋਈ ਨਸ਼ਾ ਕੋਈ ਰਿਸ਼ਵਤ, ਕੋਈ ਕਿਸੇ ਦਾ ਮਕਾਨ ਨਹੀਂ ਦੱਬਣਾ, ਪਲਾਟ ਨਹੀਂ ਦੱਬਣਾ, ਪੈਸੇ ਲੈ ਕੇ ਮੁਕਰਨਾ ਨਹੀਂ। ਭਾਵ ਦਸਾਂ ਦੀ ਕਿਰਤ ਕਰਨੀ। ਇੱਕ, ਨਾ ਕੋਈ ਨਸ਼ਾ ਕਰਨਾ, ਨਾ ਵੇਚਣਾ। ਨਾ ਹੀ ਨਸ਼ਾ ਕਰਨਾ, ਨਾ ਹੀ ਵੇਚਣਾ। ਤੁਸੀਂ ਕਹੋਗੇ ਮੈਂ ਇੱਕ ਅੰਮ੍ਰਿਤਧਾਰੀ ਨੂੰ, ਮੈਂ ਬਰਾੜੇ ਲੱਗਾ ਸੀ ਟੀਚਰ ਅੰਬਾਲੇ ਜ਼ਿਲ੍ਹੇ 'ਚ, ਇਹ 1971-72 ਦੀ ਗੱਲ ਹੈ। ਮੇਰਾ ਸਟੂਡੈਂਟ ਹੈ, ਉਹਦੇ ਬਾਪ ਦਾ ਸ਼ਰਾਬ ਦਾ ਠੇਕਾ ਹੈ। ਮੈਂ ਲੰਘਦਾ ਉਹਨਾਂ ਕੋਲ ਚਲਿਆ ਗਿਆ। ਮੈਂ ਚੱਲ ਵੀ ਮਿਲਦੇ ਗਿਲਦੇ ਰਹਿੰਦੇ। ਮੈਂ ਦੇਖਿਆ ਵੀ ਹੈ ਇਹਨੇ ਤਾਂ ਅੰਮ੍ਰਿਤ ਛਕਿਆ। ਚਲੋ ਮੈਂ ਉਦੋਂ ਕੁਛ ਨਹੀਂ ਕਿਹਾ। ਬਾਅਦ 'ਚ ਮੈਂ ਉਹਨਾਂ ਦੇ ਘਰ ਆਇਆ। ਮੈਂ ਸਰਦਾਰ ਜੀ ਵੀ ਲੋਕ ਕੀ ਕਹਿਣਗੇ ਵੀ ਅੰਮ੍ਰਿਤਧਾਰੀ ਜਿਹੜਾ ਹੈ ਤੁਸੀਂ ਕਹਿ ਜੇ ਅਸੀਂ ਪੀਂਦੇ ਨਹੀਂ, ਭਾਵੇਂ ਨਾ ਪੀਓ, ਭਾਵੇਂ ਤੁਸੀਂ ਨਾ, ਜਦ ਤੁਸੀਂ ਪੀਂਦੇ ਹੀ ਨਹੀਂ ਫਿਰ ਤੁਸੀਂ ਕਿਉਂ ਕੰਮ ਕਰਦੇ? ਫਿਰ ਤੁਸੀਂ ਅੰਮ੍ਰਿਤ ਛਕਿਆ ਹੋਇਆ ਹੈ। ਇਹ ਤਾਂ ਮੇਲ ਹੀ ਕੋਈ ਨਹੀਂ ਦੋਨਾਂ ਗੱਲਾਂ ਦਾ। ਉਦੋਂ ਲੋਕ ਜੀ ਐਡੇ ਕੱਟੜ ਨਹੀਂ ਸੀ ਜਿੰਨੇ ਹੁਣ ਨੇ। ਜੇ ਮੈਂ ਕਿਤੇ ਹਾਲ ਚਾਲ ਪੁੱਛਣ ਹੁਣ ਚਲਿਆ ਜਾਵਾਂ ਨਾ ਆਪਣੇ, ਉਹ ਫੋਟੋ ਖਿੱਚ ਕੇ ਪਾ ਦੇਣੇ, ਆ ਬਾਬਾ ਠੇਕੇ 'ਤੇ ਖੜ੍ਹਾ। ਇਹ ਨਹੀਂ ਕਿਸੇ ਪੁੱਛਣਾ ਵੀ ਕਿਉਂ ਖੜ੍ਹਾ, ਇਹ ਨਹੀਂ ਕਿਸੇ ਪੁੱਛਣਾ, ਫੋਟੋ ਪਾ ਦੇਣੇ, ਆ ਬਾਬਾ ਠੇਕੇ 'ਤੇ ਖੜ੍ਹਾ। ਅਤੇ ਅੱਜ ਕੱਲ੍ਹ ਤਾਂ ਕੈਮਰੇ ਦੇ ਇੰਨੇ ਟਰਿੱਕ ਨੇ, ਹੱਥ 'ਤੇ ਬੋਤਲ ਵੀ ਵਿਖਾ ਦੇਣਗੇ, ਮੂੰਹ ਕੋਲੇ ਵੀ ਕਰ ਦੇਣਗੇ। ਅੱਜ ਕੱਲ੍ਹ ਦਾ ਕਿਆ ਜੀ। ਅੱਜ ਕੱਲ੍ਹ ਜਿਹੜਾ ਮੈਂ ਦੇਖਿਆ ਸਿੱਖ ਦਿਨੋਂ ਦਿਨ ਕੱਟੜ ਹੋਏ ਜਾਂਦੇ ਨੇ। ਉਹ ਅਸਲੀਅਤ ਤੱਕ ਨਹੀਂ ਜਾਂਦੇ ਵੀ ਉਹ ਕਿਉਂ ਖੜ੍ਹਾ ਹੈ, ਕਿਉਂ ਗਿਆ। ਉਦੋਂ ਇਸ ਤਰ੍ਹਾਂ ਗੱਲਾਂ ਨਹੀਂ ਸੀ। ਚਲੋ ਕਹਿੰਦੇ ਜੀ ਫਿਰ ਅੱਛਾ ਇਸ ਤਰ੍ਹਾਂ ਕਰ ਜੇ, ਚਲੋ ਠੀਕ ਹੈ, ਅਗਲੀ ਵਾਰੀ ਅਸੀਂ ਠੇਕੇ ਦੀ ਬੋਲੀ ਨਹੀਂ ਦੇਵਾਂਗੇ, ਅਗਲੀ ਵਾਰ ਤਾਂ ਛੱਡਤਾ। ਮੈਂ ਤੁਸੀਂ ਕੋਈ ਦੁਕਾਨਦਾਰੀ ਆਪਣੀ ਕਰ ਲਓ ਵੀ ਅੱਛਾ ਨਹੀਂ ਲੱਗਦਾ ਹੈ। ਖਾਸ ਕਰਕੇ ਚਲੋ ਸਿੱਖ ਠੀਕ ਹੈ ਠੇਕੇ ਖੋਲ੍ਹਦੇ, ਮੈਂ ਨਹੀਂ ਕਹਿੰਦਾ, ਪਰ ਅੰਮ੍ਰਿਤਧਾਰੀ ਲਈ ਚੰਗਾ ਨਹੀਂ ਲੱਗਦਾ ਹੈਗਾ। ਤੁਸੀਂ ਅੰਮ੍ਰਿਤਧਾਰੀ ਹੋ, ਕਿਰਪਾਨ ਤੁਸੀਂ ਉੱਤੋਂ ਦੀ ਪਾ ਰੱਖੀ ਹੈ, ਤੁਸੀਂ ਠੇਕਾ ਚਲਾ ਰਹੇ ਹੋ। ਕਿਸੇ ਨੂੰ ਕੀ ਪਤਾ ਤੁਸੀਂ ਨਹੀਂ ਪੀਂਦੇ, ਕਿਸੇ ਨੂੰ ਕੀ ਪਤਾ ਤੁਸੀਂ ਨਹੀਂ ਪੀਂਦੇ। ਇਹ ਠੀਕ ਨਹੀਂ ਹੈ, ਇਹ ਜੱਚਦਾ ਨਹੀਂ ਹੈਗਾ। ਫਿਰ ਉਹਨੂੰ ਛੱਡਤਾ। ਸੋ ਗੁਰੂ ਮਹਾਰਾਜ ਕਹਿੰਦੇ ਵੀ ਜਦੋਂ ਅਸੀਂ ਗੁਰੂ ਦੇ ਮੱਤ 'ਤੇ ਚੱਲਾਂਗੇ ਫਿਰ ਦਸਾਂ ਨੌਂ ਦੀ ਕਿਰਤ ਕਰਾਂਗੇ। ਗੁਰੂ ਦੀ ਮੱਤ ਕਿਤੇ ਦਸਾਂ ਨੌਂ ਦੀ ਕਿਰਤ ਕਰੋ। ਇੱਕ, ਦੂਸਰਾ ਨਾ ਨਸ਼ਾ ਕਰਨਾ, ਨਾ ਵੇਚਣਾ। ਤੀਸਰਾ ਆਪਣੇ ਚਾਲ ਚੱਲਣ ਨੂੰ ਉੱਚਾ ਰੱਖਣਾ। ਚੌਥਾ, ਕਿਸੇ ਨੂੰ ਜਾਤ ਜਾਂ ਧਰਮ ਦੇ ਆਧਾਰ 'ਤੇ ਨਫ਼ਰਤ ਨਹੀਂ ਕਰਨੀ। ਪੰਜਵਾਂ, ਮਿੱਠਾ ਬੋਲਣਾ, ਮਿੱਠਾ ਬੋਲਣਾ। ਅਤੇ ਛੇਵਾਂ ਜਿਹੜਾ ਹੈ ਕਿਸੇ ਚੀਜ਼ ਦਾ ਹੰਕਾਰ ਨਹੀਂ ਕਰਨਾ। ਤੁਹਾਡੇ ਕੋਲ ਕੋਠੀ ਹੈ, ਹੰਕਾਰ ਨਹੀਂ ਕਰਨਾ। ਇਹ ਸੱਚੇ ਪਾਤਸ਼ਾਹ, ਇਹ ਤੇਰੀ ਦਾਤ ਹੈ। ਪਹਿਨਣ ਨੂੰ ਵਧੀਆ ਕੱਪੜੇ ਮਿਲੇ ਨੇ, ਖਾਣ ਨੂੰ ਵਧੀਆ ਰੋਟੀ ਮਿਲ ਰਹੀ ਹੈ, ਠੀਕ ਹੈ, ਆਵਾਜਾਈ ਦੇ ਤੁਹਾਡੇ ਕੋਲ ਸਾਧਨ ਨੇ। ਜੋ ਕੁਛ ਵੀ ਕੋਲ ਹੈ, ਕਿਸੇ ਪ੍ਰਕਾਰ ਦਾ ਹੰਕਾਰ ਨਹੀਂ ਕਰਨਾ। ਇਹ 6 ਗੱਲਾਂ 'ਤੇ ਪਹਿਰਾ ਦੇਣਾ। 6 ਗੱਲਾਂ 'ਤੇ ਪਹਿਰਾ ਦਿਓ, ਫਿਰ ਭਜਨ ਬੰਦਗੀ ਕਰੋ, ਹੋ ਸਕਦਾ ਇਸੇ ਜਨਮ 'ਚ ਗੱਲ ਬਣ ਜਾਏ। ਨੰਬਰ 1, ਦਸਾਂ ਨੌਂ ਦੀ ਕਿਰਤ ਕਰਨੀ ਹੈ। ਨੰਬਰ 2, ਨਾ ਨਸ਼ਾ ਕਰਨਾ, ਨਾ ਵੇਚਣਾ। ਨੰਬਰ 3, ਆਪਣੇ ਚਾਲ ਚੱਲ ਨੂੰ ਉੱਚਾ ਰੱਖਣਾ। ਨੰਬਰ 4 ਜਿਹੜਾ ਹੈ ਕਿਸੇ ਨੂੰ ਜਾਤ ਜਾਂ ਧਰਮ ਦੇ ਆਧਾਰ 'ਤੇ ਨਫ਼ਰਤ ਨਹੀਂ ਕਰਨੀ। ਨੰਬਰ 5 ਹੈ ਮਿੱਠਾ ਬੋਲਣਾ। ਅਤੇ ਨੰਬਰ 6, ਹੰਕਾਰ ਨਹੀਂ ਕਰਨਾ, ਕਿਉਂਕਿ ਹੰਕਾਰੀ ਬੰਦੇ ਨੂੰ ਅੱਜ ਤੱਕ ਪਰਮਾਤਮਾ ਨਹੀਂ ਮਿਲਿਆ। ਉਹ ਕਹਿੰਦਾ ਦਿੱਤਾ ਮੈਂ ਅਤੇ ਤੂੰ ਮੈਂ ਕਰਦਾ। ਬਾਣੀ ਨੂੰ ਧਿਆਨ ਨਾਲ ਪੜ੍ਹੋ।
ਬਾਣੀ ਕਹਿੰਦੇ ਜੋ ਕੁਛ ਤੁਹਾਡੇ ਕੋਲ ਹੈ ਤੇ ਪਰਮਾਤਮਾ ਨੇ ਦਿੱਤਾ। ਸਰੀਰ ਵੀ ਤੁਹਾਨੂੰ ਜਿਹੜਾ ਮੇਰੇ ਪਰਮਾਤਮਾ ਨੇ ਦਿੱਤਾ ਹੈ। ਅਸੀਂ ਆਪਣੇ ਯਤਨ ਨਾਲ ਗੋਰੇ ਨਹੀਂ ਹੋ ਗਏ। ਜਿਸ ਨੂੰ ਗੋਰਾਪਣ ਦਿੱਤਾ ਪਰਮਾਤਮਾ ਨੇ ਦਿੱਤਾ। ਸੋਹਣੇ ਨੈਣ ਨਕਸ਼ ਕਿਸੇ ਨੂੰ ਤੇਰੇ ਪਰਮਾਤਮਾ ਨੇ ਦਿੱਤੇ ਨੇ। ਅਸੀਂ ਇਹ ਤਾਂ ਥੋੜ੍ਹਾ ਵੀ ਨੱਕ ਮੋਟਾ ਮਿਲ ਗਿਆ ਤੂੰ ਕਿਸੇ ਤਰ੍ਹਾਂ ਪਤਲਾ ਕਰ ਲਾਂਗੇ, ਉਹ ਤਾਂ ਮੋਟਾ ਹੀ ਰਹੂਗਾ। ਤੇ ਜੇ ਪਤਲਾ ਮਿਲੇ ਤਾਂ ਪਤਲਾ। ਇਹ ਤਾਂ ਦਾਸ ਦੇ ਦਾਤਾ ਨੇ। ਉਸ 'ਤੇ ਕਿਸੇ ਪ੍ਰਕਾਰ ਦਾ ਹੰਕਾਰ ਨਹੀਂ ਕਰਨਾ। ਇਹ 6 ਗੱਲਾਂ 'ਤੇ ਪਹਿਰਾ ਦੇਣਾ, ਨਾਲ ਆਪਣਾ ਨਾਮ ਜਪੀ ਜਾ, ਬਾਣੀ ਪੜ੍ਹੀ ਜਾ, ਆਪਣਾ ਪਰਿਵਾਰ 'ਤੇ ਪਾਲਣਾ ਹੀ ਪਾਲਣਾ ਹਰ ਇੱਕ ਨੇ। ਅਤੇ ਬਸ ਫਿਰ ਕਿਸੇ ਵੇਲੇ ਵੀ ਗੱਲ ਬਣ ਸਕਦੀ ਹੈ। ਆਸਵੰਦ ਰਹਿਣੇ। ਨੌਕਰ ਸੀ ਕਿਸੇ ਦਾ, ਉਹਦੇ ਘਰ ਬੱਚਾ ਹੋਣ ਵਾਲਾ ਸੀ। ਉਹ ਕਹਿੰਦਾ ਬੱਚਾ ਹੋ ਗਿਆ। ਕਹਿੰਦਾ ਪਤਾ ਲੱਗੇ ਤੇਰੇ ਬੱਚਾ ਹੋ ਗਿਆ, ਲੜਕਾ ਹੈ ਕਿ ਲੜਕੀ ਹੋਈ ਹੈ? ਕਹਿੰਦੇ ਸਾਡੇ ਗਰੀਬਾਂ ਦੀ ਕੀ ਹੈ, ਜਾਂ ਲੜਕਾ ਜਾਂ ਲੜਕੀ। ਕਹਿੰਦੇ ਕਿਉਂ ਅਮੀਰਾਂ ਦੇ ਘੋਰ ਜੰਮਦਾ ਕੁਛ ਕਿ ਸਾਡੇ ਗਰੀਬਾਂ ਦੇ ਕੀ ਹੈ ਜਾਂ ਲੜਕਾ ਜਾਂ ਲੜਕੀ। ਇਹ ਨਹੀਂ ਕਹਿਣਾ ਸਾਡੇ ਗਰੀਬਾਂ ਨੂੰ ਕਿੱਥੇ ਰੱਬ ਮਿਲਣਾ, ਇਹ ਨਹੀਂ ਕਹਿਣਾ। ਉਹ ਰੱਬ ਕਿਸੇ ਦਾ ਬੱਝਿਆ ਖਰੀਦਿਆ ਹੋਇਆ ਨਹੀਂ ਹੈ। ਉਹ ਕਿਸੇ ਦੇ ਬਾਪ ਦਾ ਨਹੀਂ ਹੈ। ਭੋਲੇ ਭਾਏ ਮਿਲੇ ਰਘੁਰਾਇਆ। ਜਿਹੜਾ ਅੰਦਰੋਂ ਭੋਲੇ ਭਾ ਹੈ, ਅੰਦਰੋਂ ਸ਼ਰੀਫ ਹੈ, ਕਿਸੇ ਪ੍ਰਕਾਰ ਦੀ ਹਉਮੈ ਨਹੀਂ ਕਰਦਾ, ਉਸ ਨੂੰ ਪਰਮਾਤਮਾ ਕਿਸੇ ਵੇਲੇ ਵੀ ਮਿਲ ਸਕਦਾ ਹੈ। ਇਸ ਲਈ ਜਿੰਨਾ ਵੀ ਸਭ ਟਾਈਮ ਮਿਲੇ ਲੱਗੇ ਰਹਿਣਾ ਆਪਾਂ ਨੇ ਇਸ ਪਾਸੇ। ਸਤਸੰਗ 'ਚ ਇਸੇ ਲਈ ਹੋਣੇ ਵੀ ਆਪ ਦੂਜਾ ਹੀ ਪਾਠ ਕਰ ਰਿਹਾ, ਯਾਰ ਇਹਨੇ ਸਹਿਜ ਪਾਠ ਕਰ ਲਿਆ, ਇਹਨੇ ਅਖੰਡ ਪਾਠ ਕਰ ਲਿਆ, ਇਹਨੇ ਆਹ ਕਰ ਲਿਆ। ਬੰਦਾ ਇੱਕ ਦੂਜੇ ਨੂੰ ਵੇਖ ਵੇਖ ਕੇ ਲੱਗਾ ਰਹਿੰਦਾ। ਬਿਨ ਸ਼ਬਦ ਜਗ ਦੁਖੀਆ ਫਿਰੈ, ਮਨ ਮੁਖਾਂ ਨੂੰ ਗਈ ਖਾਏ। ਜਿਹੜੇ ਮਨਮੁਖ ਨੇ ਇਹ ਨਾਮ ਨਹੀਂ ਜਪਦੇ, ਇਹਨਾਂ ਨੂੰ ਮਾਇਆ ਖਾ ਜਾਂਦੀ। ਭਾਵ ਇਹ ਮਾਇਆ ਦੇ ਪ੍ਰਭਾਵ 'ਚ ਰਹਿੰਦੇ ਨੇ, ਇਸ ਲਈ ਦੁਖੀ ਰਹਿੰਦੇ। ਮਨਮੁਖ ਕੋਲੇ ਮਾਇਆ ਹੁੰਦੀ ਹੈ, ਉਹ ਫਿਰ ਵੀ ਦੁਖੀ ਹੈ ਵੀ ਥੋੜ੍ਹੀ ਹੈ। ਸਿਆਪਾ। ਮਨਮੁਖ ਕੋਲੇ ਚਾਹੇ 100 ਕਰੋੜ ਰੁਪਈਆ ਹੋਵੇ, ਉਹ ਕਹੂਗੇ ਤਾਂ ਥੋੜ੍ਹਾ ਹੈ। ਗੁਰਮੁਖ ਜਿਹੜਾ ਹੈ ਉਹ ਕਿ ਦਸਨ ਦੀ ਕਿਤ ਜੋ ਆ ਗਿਆ ਉਹਦੇ ਨਾਲ ਸੰਤੁਸ਼ਟ ਹੈ। ਉਹ ਗੁਰਮੁਖ ਨੂੰ ਇਸ ਲਈ ਪਰਮਾਤਮਾ ਮਿਲਦਾ ਹੈ ਕਿ ਉਹ ਜੋ ਵੀ ਕਮਾ ਰਿਹਾ ਉਸ ਨਾਲ ਸੰਤੁਸ਼ਟ ਹੈ। ਉਹ ਵੀ ਹਾਂ ਮੈਂ ਦਸਨ ਦੀ ਕਿਰਤ ਕਰ ਰਿਹਾ। ਮਨਮੁਖ ਕੋਲ ਚਾਹੇ ਕਰੋੜਾਂ ਰੁਪਈਏ ਹੋਣ, ਉਹ ਸੰਤੁਸ਼ਟ ਹੁੰਦਾ ਹੀ ਨਹੀਂ ਹੈਗਾ। ਇਸ ਲਈ ਮਨਮੁਖਾਂ ਨੂੰ ਮਾਇਆ ਖਾ ਜਾਂਦੀ ਹੈ। ਭਾਵ ਮਾਇਆ ਦਾ ਪ੍ਰਭਾਵ ਮਨਮੁਖਾਂ 'ਤੇ ਜ਼ਿਆਦਾ ਪੈਂਦਾ ਹੈ। ਉਹ ਹੋਰ 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 ਦੀ ਕਮਾਈ 'ਚ ਲੱਗੇ ਰਹਿੰਦੇ ਨੇ ਅਤੇ ਭਜਨ ਬੰਦਗੀ ਕਰਨ ਲਈ ਉਹਨਾਂ ਕੋਲ ਸਮਾਂ ਹੀ ਨਹੀਂ ਬਚਦਾ। ਜਿਸ ਕੰਮ ਲਈ ਆਏ ਉਹਨੂੰ ਭੁੱਲ ਭੁਲਾ ਜਾਂਦੇ ਨੇ। ਸ਼ਬਦੇ ਨਾਮ ਧਿਆਈਏ, ਸ਼ਬਦੇ ਸੱਚ ਸਮਾਏ। ਪਰਮਾਤਮਾ ਜਿਹੜਾ ਗੁਰੂ ਦਾ ਜਿਹੜਾ ਉਪਦੇਸ਼ ਹੈ, ਸ਼ਬਦ ਬਾਣੀ, ਗੁਰੂ ਦੇ ਉਪਦੇਸ਼ ਰਾਹੀਂ ਹੀ ਨਾਮ ਜਪਿਆ ਜਾਂਦਾ ਹੈ ਅਤੇ ਗੁਰੂ ਦੇ ਉਪਦੇਸ਼ ਰਾਹੀਂ ਹੀ ਸੱਚ ਪਾ ਪਰਮਾਤਮਾ ਦੇ ਵਿੱਚ ਸਮਾਇਆ ਜਾ ਸਕਦਾ ਹੈ। ਜੇ ਉਪਦੇਸ਼ ਹੀ ਨਹੀਂ, ਸਾਨੂੰ ਪਤਾ ਹੀ ਨਹੀਂ। ਹੁਣ ਆਪਾਂ ਉਪਦੇਸ਼ ਪੜ੍ਹ ਰਹੇ ਨੇ ਗੁਰੂ ਮਹਾਰਾਜ ਦਾ, ਸਾਨੂੰ ਗਿਆਨ ਹੋ ਰਿਹਾ ਕਿ ਨਾਮ ਜਪਣਾ ਚਾਹੀਦਾ, ਸ਼ੁਭ ਕਰਮ ਕਰਨੇ ਚਾਹੀਦੇ ਨੇ। ਇਸ ਉਪਦੇਸ਼ ਤੋਂ ਹੀ ਪਤਾ ਲੱਗਿਆ ਮੈਨੂੰ। ਮੈਂ ਕਿਹੜਾ ਅਸਮਾਨੋਂ ਵੀ ਗਿਆਨ ਲੈ ਕੇ ਆਇਆ। ਬਾਣੀ ਪੜ੍ਹ ਪੜ੍ਹ ਕੇ ਤਾਂ ਫਿਰ ਮੈਂ ਤੱਤ ਕੱਢਿਆ ਵੀ ਇਹਦਾ ਤੱਤ ਕੱਢੀਏ ਵੀ ਕਿਹੜੀਆਂ ਕਿਹੜੀਆਂ ਗੱਲਾਂ ਬਹੁਤ ਜ਼ਰੂਰੀ ਨੇ, ਜਿਸ ਤੋਂ ਬਿਨਾਂ ਧਰਮ 'ਤੇ ਨਹੀਂ ਚੱਲਿਆ ਜਾ ਸਕਦਾ। ਉਹ ਤੱਤ ਕੱਢਿਆ ਹੋਇਆ ਮੈਂ ਪੜ੍ਹ ਪੜ੍ਹ ਕੇ, ਵਾਰੀ ਵਾਰੀ ਬਾਣੀ ਨੂੰ ਪੜ੍ਹ ਕੇ ਵਿਚਾਰ ਕਰ ਕਰਕੇ ਕਿ ਜਿਹੜਾ ਬੰਦਾ 6 ਗੱਲਾਂ 'ਤੇ ਪਹਿਰਾ ਦਿੰਦਾ ਨਾਲ ਨਾਮ ਜਪਦਾ, ਉਹਨੂੰ ਪ੍ਰਾਪਤੀ ਹੋ ਸਕਦੀ ਹੈ। ਨੰਬਰ 1 ਦਸਾਂ ਨੂੰ ਦੀ ਕਿਰਤ ਕਰਨਾ। ਨੰਬਰ 2 ਨਾ ਨਸ਼ਾ ਕਰਨਾ, ਨਾ ਵੇਚਣਾ। ਨੰਬਰ 3 ਚਾਲ ਚੱਲ ਨੂੰ ਉੱਚਾ ਰੱਖਣਾ। ਨੰਬਰ 4 ਜਿਹੜਾ ਹੈ ਕਿਸੇ ਨੂੰ ਜਾਤ ਜਾਂ ਧਰਮ ਦੇ ਆਧਾਰ 'ਤੇ ਨਫ਼ਰਤ ਨਹੀਂ ਕਰਨੀ। ਨੰਬਰ 5 ਹੈ ਮਿੱਠਾ ਬੋਲਣਾ। ਨੰਬਰ 6 ਹੈ ਜੋ ਵੀ ਤੁਹਾਡੇ ਕੋਲ ਹੈ ਉਹਦਾ ਹੰਕਾਰ ਨਹੀਂ ਕਰਨਾ, ਉਹ ਪਰਮਾਤਮਾ ਦੀ ਦਾਤ ਸਮਝਣੀ। ਇਹ 6 ਗੱਲਾਂ 'ਤੇ ਪਹਿਰਾ ਦੇਣ ਤੋਂ ਬਾਅਦ ਫਿਰ ਆਪਣਾ ਭਜਨ ਬੰਦਗੀ ਕਰੋ, ਸਹਿਜ ਸੁਭਾਅ ਲੱਗੇ ਰਹੋ। ਬਸ ਅੱਗੇ ਕਹਿੰਦੇ ਮਾਇਆ ਭੂਲੇ ਸਿੱਧ ਫਿਰੇ, ਸਮਾਧ ਨ ਲੱਗਿਆ ਸੁਭਾਏ। ਸਿੱਧ ਨੇ ਆਪਣੇ ਆਪ ਨੂੰ ਸਿੱਧ ਕਹਿਲਾਉਂਦੇ ਨੇ, ਪਰ ਧਿਆਨ ਮਾਇਆ ਵੱਲ ਹੈ। ਧਿਆਨ ਦੇਣਾ। ਗੁਰਬਾਣੀ ਕਹਿੰਦੀ ਮਾਇਆ ਕਿਹਨੂੰ ਕਹਿੰਦੇ ਨੇ? ਇੱਕ ਤਾਂ ਆ ਪੈਸੇ ਦਿਸ ਰਹੇ ਨੇ, ਇਹ ਤਾਂ ਸਾਰਿਆਂ ਨੂੰ ਪਤਾ ਮਾਇਆ।
ਇਹ ਤਾਂ ਛੋਟਾ ਜਿਹਾ ਬੱਚਾ ਹੈ, ਉਹਨੂੰ ਵੀ ਤੁਸੀਂ ਰੁਪਈਆ ਉਹਦੇ ਵੱਲੋਂ ਲੈ ਕੇ ਜਾ ਫੜ ਫੜ ਲੈਂਦਾ। ਮਾਇਆ ਦਾ ਉਹਨੂੰ ਛੋਟਿਆਂ ਦਾ ਗਿਆਨ ਹੈ, ਬਾਕੀ ਭਾਵੇਂ ਗਿਆਨ ਹੋਵੇ ਨਾ ਹੋਵੇ, ਮਾਇਆ ਦਾ ਬਹੁਤ ਛੇਤੀ ਗਿਆਨ ਹੁੰਦਾ ਬੰਦੇ ਨੂੰ। ਸੋ ਜਿਹੜਾ ਹੈ ਮਾਇਆ ਦਾ ਭਾਵ ਹੈ ਇੱਕ ਤਾਂ ਰੁਪਈਆ ਪੈਸਾ, ਬਾਕੀ ਹਰ ਉਹ ਚੀਜ਼, ਹਰ ਉਹ ਵਿਅਕਤੀ, ਹਰ ਉਹ ਖਿਆਲ ਜਿਹੜਾ ਸਾਨੂੰ ਪਰਮਾਤਮਾ ਤੋਂ ਹਟਾਵੇ, ਉਹਨੂੰ ਕਹਿੰਦੇ ਮਾਇਆ। ਹੁਣ ਤੁਸੀਂ ਨੋਟ ਕਰਿਓ, ਜਦ ਤੁਸੀਂ ਪਾਠ ਕਰਦੇ ਹੋ ਜਾਂ ਸਿਮਰਨ ਕਰਦੇ ਹੋ, ਤਿੰਨ ਚੀਜ਼ਾਂ ਹੀ ਖਿਆਲ ਹੁੰਦਾ ਵਾਰੀ ਵਾਰੀ। ਜਾਂ ਤਾਂ ਮਾਇਆ ਦਾ ਖਿਆਲ ਆਵੇਗਾ, ਜਾਂ ਕਿਸੇ ਸਰੀਰ ਦਾ ਖਿਆਲ ਆਵੇਗਾ, ਜਾਂ ਕਿਸੇ ਚੀਜ਼ ਦਾ ਖਿਆਲ ਆਵੇਗਾ। ਉਹ ਸਾਰੀ ਮਾਇਆ, ਕਿਉਂਕਿ ਤੁਹਾਡਾ ਧਿਆਨ ਉੱਧਰ ਨੂੰ ਕਰਤਾ। ਲੜਕੀ ਦਾ ਵਿਆਹ ਕਰ ਰਹੇ, ਤੁਸੀਂ ਸਿਮਰਨ ਵਾਹਿਗੁਰੂ ਵਾਹਿਗੁਰੂ, ਉਹ ਲੜਕੀ ਯਾਰ 36 ਸਾਲ ਦੀ ਹੋ ਗਈ ਹੈ, ਉਹਦਾ ਮੰਗਣ ਹੀ ਨਹੀਂ ਹੋ ਰਿਹਾ, ਉਹ ਧਿਆਨ ਸਰੀਰ ਵੱਲ ਚਲਿਆ ਗਿਆ। ਠੀਕ ਹੈ, ਵਾਹਿਗੁਰੂ ਵਾਹਿਗੁਰੂ। ਉਹ ਯਾਰ ਲੋਕਾਂ ਕੋਲ ਵਧੀਆ ਬੈੱਡ ਨੇ, ਆਪਣੇ ਕੋਲ ਤਾਂ ਟੁੱਟੇ ਜਿਹੇ ਮੰਜੇ ਚਾਹੀਦਾ, ਬੈੱਡ ਵੀ ਕੋਈ ਨਹੀਂ, ਚੀਜ਼ ਵੱਲ ਧਿਆਨ ਚਲਿਆ ਗਿਆ। ਇਹ ਵੀ ਮਾਇਆ। ਵਾਹਿਗੁਰੂ ਵਾਹਿਗੁਰੂ। ਯਾਰ ਲੋਕਾਂ ਕੋਲ ਕਿੰਨੇ ਪੈਸੇ ਨੇ, ਬੈਂਕ ਬੈਲੈਂਸ ਨੇ, ਆਪਣਾ ਮਸਾਂ ਗੁਜ਼ਾਰਾ ਹੁੰਦਾ, ਪੈਸੇ ਬੈਂਕ 'ਚ ਕੋਈ ਨਹੀਂ, ਪੈਸੇ ਵਾਲੇ ਧਿਆਨ ਚਲੇ ਗਏ, ਉੱਧਰੋਂ ਹਟ ਗਿਆ। ਜਿਹੜੀ ਵੀ ਚੀਜ਼ ਸਾਡਾ ਧਿਆਨ ਪਰਮਾਤਮਾ ਨਾਲੋਂ ਹਟਾਉਂਦੀ ਹੈ, ਉਹਨੂੰ ਕਹਿੰਦੇ ਨੇ ਮਾਇਆ। ਇਹ ਮਾਇਆ ਦਾ ਪ੍ਰਭਾਵ ਸਿੱਧ ਪੁਰਸ਼ਾਂ 'ਤੇ ਵੀ ਹੈ, ਜਿਹੜੇ ਆਪਣੇ ਨੂੰ ਸਿੱਧ ਕਹਿੰਦੇ ਨੇ। ਉਂਝ ਸਿੱਧ ਦਾ ਅਰਥ ਹੈ ਜਿਹਨੂੰ ਕੋਈ ਸਿੱਧੀ ਪ੍ਰਾਪਤ ਹੋ ਜਾਵੇ, ਜਿਹਨੂੰ 18 ਸਿੱਧੀਆਂ ਦੇ ਵਿੱਚੋਂ ਕੋਈ ਵੀ ਸਿੱਧੀ ਪ੍ਰਾਪਤ ਹੋ, ਜਿਹਨੂੰ ਕਹਿੰਦੇ ਸਿੱਧ ਪੁਰਸ਼ ਹੋ ਗਿਆ ਜੀ। ਉਹ ਵੀ ਮਾਇਆ ਵੱਲ ਉਹਨਾਂ ਦਾ ਧਿਆਨ ਹੈ। ਸਮਾਧਨ ਲੱਗਿਆ ਸਵਾਏ, ਉਹਨਾਂ ਦੀ ਸਮਾਧੀ ਨਹੀਂ ਲੱਗਦੀ, ਕਿਉਂ? ਉਹ ਖਿਆਲ ਵਿੱਚ ਹੋ ਰਾਜਦੇ ਨੇ। ਹਾਂਜੀ, ਲੱਗਾ ਤਾਂ ਹੈ ਵਿਚਾਰਾ, ਵਾਹਿਗੁਰੂ ਵਾਹਿਗੁਰੂ ਕਰਨ ਲੱਗਦਾ ਹੈ, ਉਹ ਧਿਆਨ ਉੱਧਰ ਚਲਿਆ ਜਾਂਦਾ। ਤੀਨੇ ਲੋ ਵਿਆਪਤ ਹੈ, ਅਧਿਕ ਰਹੀ ਲਪਟਾਏ। ਇਹ ਮਾਇਆ ਦਾ ਪ੍ਰਭਾਵ ਤਿੰਨਾਂ ਲੋਕਾਂ 'ਤੇ ਹੈ। ਮਾਤ ਲੋਕ, ਪਾਤਾਲ ਲੋਕ, ਆਕਾਸ਼ ਲੋਕ, ਤਿੰਨ ਮੰਨੇ ਗਏ ਨੇ। ਮਾਤ ਲੋਕ ਜਿਸ ਧਰਤੀ 'ਤੇ ਆਪਾਂ ਰਹਿ ਰਹੇ ਹਾਂ, ਆਕਾਸ਼ ਲੋਕ ਜਿਹੜੇ ਉੱਪਰ ਧਰਤੀਆਂ ਨੇ, ਪਾਤਾਲ ਲੋਕ ਜਿਹੜੇ ਹੇਠਾਂ ਧਰਤੀਆਂ ਨੇ। ਇਹ ਤਿੰਨ ਲੋਕ ਗਿਣੇ ਗਏ ਹਨ। ਮਾਇਆ ਦਾ ਪ੍ਰਭਾਵ ਤਿੰਨਾਂ ਲੋਕਾਂ 'ਤੇ ਹੀ ਹੈ। ਤੀਨੇ ਲੋ ਵਿਆਪਤ ਹੈ, ਇਹ ਤਿੰਨਾਂ ਲੋਕਾਂ ਦੇ ਵਿੱਚ ਪ੍ਰਭਾਵ ਪਾਉਂਦੀ ਆਪਣਾ। ਅਧਿਕ ਰਹੀ ਲਪਟਾਏ, ਬੜੇ ਕਹਿੰਦੇ ਲੋਕ ਮਾਇਆ ਨੂੰ ਚੰਬੜੇ ਹੋਏ ਹਨ। ਵਾਕਈ ਸਾਰਾ ਸੰਸਾਰ ਮਾਇਆ ਨੂੰ ਚੰਬੜਿਆ ਹੋਇਆ ਹੈ। ਕੋਈ ਗੁਰਮੁਖ ਹੋਏਗਾ ਜਿਹੜਾ ਇੱਥੋਂ ਉੱਚੋਂ ਉੱਠਿਆ। ਇੱਕ ਤਾਂ ਹੈ ਮਹਿਕਮੇ ਇਸ ਇਹੋ ਜਿਹੇ ਖਾਣ ਨੂੰ ਕੁਛ ਨਹੀਂ। ਹੁਣ ਮੈਂ ਤਾਂ ਜੀ 10 9 ਦੀ ਕਿਰਤ ਕਰਦਾ ਰਿਹਾ ਵੀ ਤੂੰ ਤਾਂ ਟੀਚਰ ਹੈ, ਅਤੇ ਉਹ ਵੀ ਸਰਕਾਰੀ ਸਕੂਲ 'ਚ ਰਹੇ, ਉਹ ਤਾਂ ਫੀਸ ਵੀ ਕਈ ਬੱਚੇ ਦੇ ਆਪਣੇ ਕੋਲੋਂ ਭਰਨੀ ਪੈਂਦੀ, ਫੀਸ ਹੀ ਨਹੀਂ ਦਿੰਦੇ। ਸਰ ਜੀ ਦੇ ਦਿਆਂਗੇ ਜੀ, ਅਸੀਂ ਫਿਰ ਵੀ ਕਿੱਥੇ ਨਾਮ ਕੱਟਾਂਗਾ, ਆਪਣੇ ਜਿਹੜੇ 10 12 ਰੁਪਈਏ ਨੇ ਆਪਣੇ ਕੋਲ ਭਰਦੇ ਨੇ, ਦੇ ਨਹੀਂ ਨਾ ਸਹੀ। ਉਹ 'ਤੇ ਖਾਣਾ ਕੀ ਹੈ? ਅਤੇ ਫਿਰ ਜੈਮਲ ਸੇ ਕਿਹਾ, ਹਾਂ ਜੀ ਮੈਂ ਤਾਂ 10 9 ਦੀ ਕਿਰਤ ਕਰਦਾ ਰਿਹਾ। ਤੂੰ ਹੁੰਦਾ FCI 'ਚ, ਤੂੰ ਹੁੰਦਾ ਇਨਕਮ ਟੈਕਸ 'ਚ, ਤੂੰ ਹੁੰਦਾ ਐਕਸਾਈਜ਼ 'ਚ, ਇਹੋ ਜਿਹੇ ਮਹਿਕਮੇ 'ਚ ਹੁੰਦਾ। ਫਿਰ ਦੇਖਦੇ, ਫਿਰ ਜੇ ਤੂੰ ਇਮਾਨਦਾਰ ਰਹਿ ਜਾਂਦਾ, ਹਾਂ ਬੱਲੇ ਬੱਲੇ, ਫਿਰ ਤੈਨੂੰ ਹੁਣ ਰੱਬ ਮਿਲ ਜਾਣਾ ਸੀ। ਹੁਣ ਤੱਕ ਤੂੰ ਤਾਂ ਹੈ ਹੀ ਉਸ ਮਹਿਕਮੇ 'ਚ, ਖਾਣ ਨੂੰ ਕੁਝ ਨਹੀਂ ਸੀ। ਅਤੇ ਫਿਰ ਕਹਿਣਾ, ਹਾਂ ਜੀ ਮੈਂ ਤਾਂ ਸਾਰੀ ਉਮਰ 10 9 ਦੀ ਕਿਰਤ ਕਰਦਾ ਰਿਹਾ, ਤੈਨੂੰ ਠੱਗੀ ਕਰਨ ਦਾ ਮੌਕਾ ਹੀ ਨਹੀਂ ਮਿਲਿਆ। ਸੋ ਇਸ ਲਈ ਆਲੇ ਦੁਆਲੇ ਇੰਨਾ ਕੁਛ ਹੋਣ ਦੇ ਬਾਵਜੂਦ ਵੀ ਜਿਹੜਾ ਫਿਰ 10 9 ਦੀ ਕਿਰਤ 'ਤੇ ਨਿਰਭਰ ਰਹਿ ਜਾਂਦਾ, ਉਹਨੂੰ ਜਾ ਕੇ ਉਹਦੀ ਗੱਲ ਪੜ੍ਹ ਸਕਦੀ ਕਿਸੇ ਵੇਲੇ। ਸੋ ਗੁਰੂ ਮਹਾਰਾਜ ਕਹਿੰਦੇ, ਬਿਨ ਗੁਰ ਮੁਕਤ ਨਾ ਪਾਈਐ, ਨਾ ਦੁਬਦਾ ਮਾਇਆ ਜਾਏ। ਗੁਰੂ ਤੋਂ ਬਿਨਾਂ ਮਾਇਆ ਤੋਂ ਮੁਕਤੀ ਮਿਲਦੀ ਹੀ ਨਹੀਂ। ਇਹ ਮਾਇਆ ਦੀ ਦੁਬਦਾ ਬਣੀ ਰਹਿੰਦੀ ਹੈ। ਸਤਸੰਗ 'ਚ ਆਇਆ ਭੁੱਲ ਭੁਲੇਖੇ, ਇੱਥੇ ਪਤਾ ਲੱਗਾ ਵੀ ਹਾਂ ਜੀ ਨਾਮ ਜਪਣਾ ਚਾਹੀਦਾ। ਘਰ ਗਿਆ, ਫਿਰ ਮਾਇਆ ਵੱਲ ਖਿਆਲ ਆ ਗਿਆ ਹੈ। ਉਹ ਦੁਬਦਾ ਵੀ ਨਾਮ ਜਪਾਂ ਕਿ ਮਾਇਆ ਕਮਾਵਾਂ। ਵੀ ਨਾ,
ਜਿਹੜਾ ਸ਼ੁਰੂ 'ਚ ਦਸਾਂ ਨੌਂ ਦੀ ਕਿਰਤ ਕਰਦਾ ਉਹਦੇ ਲਈ ਕੋਈ ਔਖਾ ਨਹੀਂ ਦਸਾਂ ਨੌਂ ਦੀ ਕਿਰਤ ਕਰਨਾ। ਜਿਹਨੂੰ ਇੱਕ ਵਾਰੀ ਹਰਾਮ ਦੀ ਕਮਾਈ ਦੀ ਆਦਤ ਪੈ ਜਾਏ ਉਹਦੇ ਲਈ ਦਸਾਂ ਨੌਂ ਦੀ ਕਿਰਤ ਕਰਨੀ ਬੜੀ ਹੀ ਔਖੀ ਹੈ। ਉਹ ਬੜੀ ਔਖੀ ਉਹਦੇ ਲਈ। ਸਿਆਣੇ ਕਹਿੰਦੇ ਜੇ ਲਹੂ ਇੱਕ ਵਾਰੀ ਮੂੰਹ ਨੂੰ ਲੱਗ ਜਾਏ ਨਾ ਇਹਨੂੰ ਛੱਡਣਾ ਬਹੁਤ ਔਖਾ ਹੈ। ਆਹ ਚੌਂਕੜੀ ਮਾਰ ਕੇ ਪ੍ਰਚਾਰ ਕਰਨੇ ਆਸਾਨ ਨੇ, ਪਰ ਜੇ ਕਿਤੇ ਲਹੂ ਲੱਗ ਜਾਏ ਨਾ ਹਰਾਮ ਦੀ ਕਮਾਈ ਦਾ ਮੂੰਹ ਨੂੰ, ਇਹ ਨਹੀਂ ਛੱਡ ਹੁੰਦਾ। ਰਿਟਾਇਰ ਹੋਣ ਤੋਂ ਬਾਅਦ ਛੱਡ ਹੀ ਦੇਣੀ, ਹੁਣ ਪੇਸ਼ ਹੀ ਕੋਈ ਨਹੀਂ ਜਾਂਦੀ। ਫਿਰ ਤਾਂ ਸਾਰੇ ਇਮਾਨਦਾਰ ਨੇ। ਰਿਟਾਇਰ ਹੋਣ ਤੋਂ ਬਾਅਦ ਤਾਂ ਆਪਾਂ ਸਾਰੇ ਇਮਾਨਦਾਰ ਹੋ ਗਏ। ਸਰਵਿਸ ਦੇ ਦੌਰਾਨ ਜਿਹੜਾ ਕੋਈ ਇਮਾਨਦਾਰ ਰਿਹਾ ਹੈ, ਗੱਲ ਤਾਂ ਉਹ ਹੈ। ਚਲੋ ਖੈਰ, ਫਿਰ ਵੀ ਮੈਂ ਇਹੀ ਕਹਿਣਾ ਕਿ ਜੋ ਪਿੱਛੇ ਹੋ ਗਿਆ ਬਸ। ਜੋ ਹੋ ਗਿਆ ਹੈ। ਅੱਗੇ ਤੋਂ ਕੁਛ ਨਹੀਂ ਐਸਾ ਕਰਨਾ। ਬਸ 6 ਗੱਲਾਂ 'ਤੇ ਪਹਿਰਾ ਦੇਣਾ ਅਤੇ ਨਾਮ ਜਪਣਾ ਬਸ। ਜੋ ਪਹਿਲਾਂ ਹੋ ਗਿਆ ਉਸ ਦੇ ਬਾਰੇ ਤਾਂ ਸੋਚੀ ਜਾਣਾ ਹੀ ਫਜ਼ੂਲ ਹੈ। ਜੇ ਮੈਂ ਐਂ ਨਾ ਕਰਦਾ, ਜੇ ਮੈਂ ਐਂ ਕਰ ਲੈਂਦਾ, ਉਹ ਤਾਂ ਜੀ ਉਹਦੇ ਨਾਲ ਕਿਹਾ ਤਾ। ਜੇ ਮੈਂ ਚੋਰੀ ਨਾ ਕਰਦਾ ਮੈਨੂੰ ਕਾਹਨੂੰ ਕੁੱਟ ਪੈਂਦੀ, ਮੈਨੂੰ ਕਿਉਂ ਜੇਲ੍ਹ ਵੇਖਣੀ ਪੈਂਦੀ। ਛੋਟੇ ਹੁੰਦੇ ਇੱਕ ਕਹਾਣੀ ਸੀ, ਕਵਿਤਾ ਦੇ ਰੂਪ 'ਚ ਕਹਾਣੀ ਸੀ। ਜੇਲ੍ਹ ਜੀ ਬਣਾਈ ਹੋਈ ਹੈ, ਇੱਕ ਅੰਦਰ ਹੈਗਾ ਕੈਦੀ। ਇੱਕ ਬੀਬੀ ਜਿਹੜੀ ਹੈ ਉਹ ਜੰਗਲੇ ਦੇ ਕੋਲ ਜਾਂਦੀ ਹੈ। ਉਹ 'ਚ ਲਿਖਿਆ ਵੀ ਇੱਕ ਮੁੰਡਾ ਸੀ, ਉਹ ਸਕੂਲ 'ਚ ਪੜ੍ਹਦੇ ਹੋਏ ਆ ਚੋਰੀ ਕਰ ਲੈਂਦਾ ਸੀ। ਕਿਸੇ ਦੀ ਕਿਤਾਬ ਚੱਕ ਲਈ, ਕਿਸੇ ਦੀ ਕਾਪੀ ਚੱਕ ਲਈ। ਮਾਂ ਨੇ ਬੜਾ ਖੁਸ਼ ਹੋਣਾ, ਆ ਠੀਕ ਹੈ, ਬਾਜ਼ਾਰੋਂ ਨਹੀਂ ਖਰੀਦਣੀ ਪਈ, ਸ਼ਾਬਾਸ਼ ਕਹਿ ਕੇ। ਐਂ ਕਰਦੇ ਉਹਨੂੰ ਚੋਰ ਬਣਾਤਾ। ਇੱਕ ਵਾਰ ਉਹ ਚੋਰੀ ਕਰਦਾ ਫੜਿਆ ਗਿਆ, ਪੁਲਿਸ ਫੜ ਕੇ ਲੈ ਗਈ, ਉਸ 'ਤੇ ਮੁਕੱਦਮਾ ਚੱਲਿਆ, ਉਹਨੂੰ ਜੇਲ੍ਹ ਹੋ ਗਈ। ਮਾਂ ਹੁਣ ਮਿਲਣੀ ਕਰਨ ਚੱਲੀ ਹੈ, ਜਿਵੇਂ ਕਿ ਜੇਲ੍ਹ ਜਾਂਦੇ ਕਿ ਨਹੀਂ ਮਿਲਣ ਹੁੰਦੇ। ਉਹ ਮਾਂ ਨੂੰ ਕਹਿੰਦਾ, ਮਾਂ ਮੇਰੀ ਗੱਲ ਨੇੜੇ ਹੋ ਕੇ ਸੁਣੀ। ਜਦ ਉਹਨੇ ਕੰਨ ਨੇੜੇ ਕੀਤਾ, ਮੁੰਡੇ ਨੇ ਜ਼ੋਰ ਨਾਲ ਦੰਦੀ ਵੱਢੀ। ਮਾਂ ਚੀਕ ਮਾਰਦੀ ਹੈ, ਕਹਿੰਦੇ ਮਾਂ ਹੁਣ ਚੀਕ ਮਾਰਦੀ ਹੈ ਨਾ, ਇਹ ਜੇ ਮੈਨੂੰ ਤੇ ਜੇਲ੍ਹ ਅੱਜ ਹੋਈ ਨਾ, ਇਹ ਤੇਰੇ ਕਾਰਨ ਹੋਈ। ਜੇ ਤੂੰ ਪਹਿਲੇ ਦਿਨ ਮੈਨੂੰ ਕੁੱਟ ਮਾਰ ਦਿੰਦੀ, ਪਰ ਖਬਰਦਾਰ ਜੇ ਕਦੀ ਚੀਜ਼ ਚੱਕ ਲਿਆ ਤਾਂ ਅੱਜ ਮੈਂ ਜੇਲ੍ਹ 'ਚ ਨਾ ਹੁੰਦਾ। ਇਹ ਮੈਂ ਤੇਰੇ ਕਾਰਨ ਹੋਇਆ। ਇਸ ਲਈ ਹੁਣ ਅਫਸੋਸ ਕਰੀ ਜਾਣ ਦਾ ਕੋਈ ਫਾਇਦਾ ਨਹੀਂ ਹੈਗਾ। ਜੋ ਹੋ ਗਿਆ ਬਸ। ਇੱਕ ਗੱਲ ਯਾਦ ਰੱਖਣੀ, ਜੋ ਹੋ ਗਿਆ ਬਸ। ਅੱਗੇ ਤੋਂ ਉਸ ਤਰ੍ਹਾਂ ਨਹੀਂ ਕਰਨਾ ਬਸ। ਪ੍ਰਤਿੱਗਿਆ ਕਰ ਲੈਣੀ ਹੈ, ਦਾਤਾ ਕਿਰਪਾ ਕਰੇ, ਆਪਾਂ ਉਸ ਪ੍ਰਤਿੱਗਿਆ 'ਤੇ ਕਾਇਮ ਰਹੀਏ ਅਤੇ ਨਾਮ ਜਪਦੇ ਰਹੀਏ ਬਸ। ਹੋਰ ਕੀ ਕਹਿੰਦੇ, ਬਿਨ ਗੁਰ ਮੁਕਤ ਨਾ ਪਾਈਐ, ਨਾ ਦੁਬਦਾ ਮਾਇਆ ਜਾਏ। ਗੁਰੂ ਤੋਂ ਬਿਨਾਂ ਮਾਇਆ ਤੋਂ ਮੁਕਤੀ ਹੀ ਨਹੀਂ ਮਿਲਦੀ ਹੈਗੀ। ਦੁਬਦਾ ਅੰਦਰੋਂ ਖਤਮ ਹੀ ਨਹੀਂ ਹੁੰਦੀ ਹੈਗੀ। ਫਿਰ ਅੱਗੇ ਪ੍ਰਸ਼ਨ ਹੈ, ਮਾਇਆ ਕਿਸ ਨੂੰ ਆਖੀ ਹੈ? ਕਿਆ ਮਾਇਆ ਕਰਮ ਕਮਾਏ? ਕਹਿੰਦੇ ਮਾਇਆ ਕਿਹਨੂੰ ਕਹਿੰਦੇ ਨੇ? ਮਾਇਆ ਕੀ ਕੰਮ ਕਰਦੀ ਹੈ? ਅੱਗੇ ਜਵਾਬ ਦਿੱਤਾ, ਦੁੱਖ ਸੁੱਖ ਇਹ ਜੀਓ ਬੱਧ ਹੈ, ਹਉਮੈ ਕਰਮ ਕਮਾਏ। ਮਨੁੱਖ ਜਿਹੜਾ ਮਾਇਆ ਦਾ ਪ੍ਰਭਾਵ ਜਦੋਂ ਪੈਂਦਾ ਨਾ, ਫਿਰ ਕੀ ਕਰਦਾ ਹੈ? ਹਉਮੈ 'ਚ ਆ ਕੇ ਕਰਮ ਕਰਦਾ ਹੈ। ਹਉਮੈ 'ਚ ਜਿਹੜੇ ਮਾੜੇ ਕਰਮ ਹੋ ਗਏ ਉਹ ਦੁੱਖ ਦਾ ਕਾਰਨ ਬਣ ਗਏ। ਹਉਮੈ 'ਚ ਆ ਕੇ ਕੋਈ ਚੰਗਾ ਕੰਮ ਹੋ ਗਿਆ, ਉਹ ਸੁੱਖ ਦਾ ਕਾਰਨ ਬਣ ਗਿਆ। ਮਨੁੱਖ ਦੁੱਖ ਅਤੇ ਸੁੱਖ ਦੇ ਵਿੱਚ ਹੀ ਬੱਝ ਜਾਂਦਾ ਹੈ। ਕਦੇ ਉਹਨੂੰ ਦੁੱਖ ਮਿਲ ਗਿਆ, ਕਦੇ ਉਹਨੂੰ ਸੁੱਖ ਮਿਲ ਗਿਆ। ਮਾਇਆ ਦੇ ਪ੍ਰਭਾਵ ਹੈ। ਬਿਨ ਸ਼ਬਦੈ ਭਰਮ ਨਾ ਚੂਕੇ, ਨਾ ਵਿੱਚੋਂ ਹਉਮੈ ਜਾਏ। ਪਰਮਾਤਮਾ ਦੇ ਨਾਮ ਤੋਂ ਬਿਨਾਂ ਅੰਦਰੋਂ ਭਰਮ ਨਹੀਂ ਖਤਮ ਹੁੰਦਾ, ਅੰਦਰੋਂ ਹਉਮੈ ਨਹੀਂ ਖਤਮ ਹੁੰਦੀ। ਅਤੇ ਜਿੰਨਾ ਚਿਰ ਹਉਮੈ ਨਹੀਂ ਖਤਮ ਹੁੰਦੀ, ਜਿੰਨਾ ਚਿਰ ਦਾ ਭਰਮ ਨਹੀਂ ਖਤਮ ਹੁੰਦਾ, ਉਹਨਾਂ ਚਿਰ ਮਾਇਆ ਦਾ ਪ੍ਰਭਾਵ ਨਹੀਂ ਖਤਮ ਹੁੰਦਾ। ਸੋ ਮਾਇਆ ਦੱਸੇ, ਮਾਇਆ ਕਿਹਨੂੰ ਕਹਿੰਦੇ ਨੇ? ਮਾਇਆ ਦੇ ਵਿੱਚ ਹਉਮੈ 'ਚ ਆਉਂਦਾ ਬੰਦਾ, ਅੰਦਰ ਹਉਮੈ ਪੈਦਾ ਹੁੰਦੀ ਹੈ। ਹਉਮੈ ਕਾਰਨ ਮਨੁੱਖ ਕੁਝ ਚੰਗੇ ਕੰਮ ਵੀ ਕਰ ਲੈਂਦਾ, ਕੁਝ ਮਾੜੇ ਵੀ ਕਰਦਾ ਹੈ। ਕਈ ਵਾਰੀ ਆਪਾਂ ਹਉਮੈ 'ਚ ਆ ਕੇ ਆਪਾਂ ਦਾਨ ਵੀ ਕਰ ਦਿੰਦੇ ਹਾਂ, ਕਈ ਵਾਰੀ ਲੋੜਵੰਦਾਂ ਦੀ ਸਹਾਇਤਾ ਵੀ ਕਰ ਦਿੰਦੇ ਹਾਂ, ਉਹ ਸੁੱਖ ਦਾ ਕਾਰਨ ਹੋ ਗਏ। ਹਉਮੈ 'ਚ ਆ ਕੇ ਕਿਸੇ ਦਾ ਨੁਕਸਾਨ ਕਰਦਾ ਹੈ, ਉਹ ਦੁੱਖ ਦਾ ਕਾਰਨ ਹੋ ਗਏ। ਮਨੁੱਖ ਦੁੱਖ ਸੁੱਖ ਸਹਿੰਦਾ ਰਹਿੰਦਾ ਹੈ, ਮਾਇਆ ਦਾ ਪ੍ਰਭਾਵ ਹੈ ਇਹ। ਇਸ ਲਈ ਜਦੋਂ ਫਿਰ ਪਰਮਾਤਮਾ ਦੇ ਨਾਮ ਦੀ ਕਮਾਈ ਕਰਦਾ ਹੈ, ਫਿਰ ਅੰਦਰੋਂ ਹਉਮੈ ਖਤਮ ਹੁੰਦੀ ਹੈ, ਫਿਰ ਅੰਦਰੋਂ ਭਰਮ ਖਤਮ ਹੁੰਦਾ ਹੈ, ਫਿਰ ਮਾਇਆ ਦਾ ਮੋਹ ਅੰਦਰ ਜਾ ਕੇ ਖਤਮ ਹੁੰਦਾ ਹੈ।
ਬਿਨ ਪ੍ਰੀਤੀ ਭਗਤ ਨਾ ਹੋਵੇ, ਬਿਨ ਸ਼ਬਦੈ ਥਾਏ ਨਾ ਪਾਏ। ਵਿਸ਼ਵਾਸ ਤੋਂ ਬਿਨਾਂ ਭਗਤੀ ਨਹੀਂ ਹੁੰਦੀ। ਮੰਨ ਲਓ ਮੈਨੂੰ ਪਰਮਾਤਮਾ 'ਤੇ ਵਿਸ਼ਵਾਸ ਹੀ ਨਹੀਂ ਤਾਂ ਮੈਂ ਭਗਤੀ ਨਹੀਂ ਕਰ ਸਕਦਾ। ਮੈਨੂੰ ਗੁਰੂ 'ਤੇ ਮੰਨ ਲਓ ਵਿਸ਼ਵਾਸ ਹੀ ਨਹੀਂ, ਮੈਂ ਭਗਤੀ ਨਹੀਂ ਕਰ ਸਕਦਾ। ਭਗਤੀ ਕਰਨੀ ਹੈ ਤਾਂ ਵਿਸ਼ਵਾਸ ਜ਼ਰੂਰੀ ਹੈ। ਇਸ ਲਈ ਕਹਿੰਦੇ ਬਿਨ ਪ੍ਰੀਤੀ ਭਗਤ ਨਾ ਹੋਵੇ, ਬਿਨ ਸ਼ਬਦੈ ਥਾਏ ਨਾ ਪਾਏ। ਨਾਮ ਜਪਣ ਤੋਂ ਬਿਨਾਂ ਬੰਦਾ ਪ੍ਰਵਾਨ ਨਹੀਂ ਹੁੰਦਾ। ਥਾਏ ਪੈਣ ਦਾ ਕਬੂਲ ਹੋਣਾ, ਪ੍ਰਵਾਨ ਹੋਣਾ। ਪਿਆਰ ਤੋਂ, ਪ੍ਰਤੀਤੀ ਤੋਂ ਬਿਨਾਂ, ਵਿਸ਼ਵਾਸ ਤੋਂ ਬਿਨਾਂ ਭਗਤੀ ਨਹੀਂ ਹੁੰਦੀ, ਅਤੇ ਭਗਤੀ ਤੋਂ ਬਿਨਾਂ ਮਨੁੱਖ ਥਾਏ ਨਹੀਂ ਪੈਂਦਾ, ਕਬੂਲ ਨਹੀਂ ਹੁੰਦਾ ਪਰਮਾਤਮਾ ਦੇ ਦਰ 'ਤੇ। ਸ਼ਬਦੇ ਹਉਮੈ ਮਾਰੀਏ। ਮੰਨ ਲਓ ਗੁਰੂ ਮਹਾਰਾਜ ਕਹਿੰਦੇ ਭਾਈ ਪਰਮਾਤਮਾ ਦਾ ਸਿਮਰਨ ਕਰੋ, ਤੁਸੀਂ ਸੁਖੀ ਹੋ ਜਾਓਗੇ। ਹੁਣ ਮੈਨੂੰ ਵਿਸ਼ਵਾਸ ਹੀ ਨਹੀਂ ਇਸ ਗੱਲ 'ਤੇ। ਸਿਮਰਨ ਕਰਨ ਨਾਲ ਕਿਵੇਂ ਸੁਖੀ ਹੋ ਜਾਏਗਾ ਜੀ? ਮੰਨ ਲਓ ਇਹ ਮਨ 'ਚੋਂ ਆਉਂਦਾ, ਫਿਰ ਇਹਦਾ ਮੈਂ ਵਿਸ਼ਵਾਸ ਹੀ ਨਹੀਂ ਹੈ। ਵਿਸ਼ਵਾਸ ਨਾ ਹੋਣ ਕਰਕੇ ਪ੍ਰਾਪਤੀ ਨਹੀਂ ਹੁੰਦੀ। ਸਾਨੂੰ ਬਾਣੀ 'ਚ 100% ਵਿਸ਼ਵਾਸ ਚਾਹੀਦਾ ਕਿ ਬਾਣੀ ਜੋ ਕਹਿ ਰਹੀ ਹੈ 100% ਸੱਚ ਕਹਿ ਰਹੀ ਹੈ, ਅਤੇ ਬਾਣੀ ਜੋ ਕਹਿ ਰਹੀ ਹੈ ਮੇਰੇ ਭਲੇ ਲਈ ਕਹਿ ਰਹੀ ਹੈ। ਆਪਣਾ ਭਲਾ ਹਰ ਇੱਕ ਬੰਦਾ ਮੰਗਦਾ ਹੈ, ਪਰ ਉਹਨੂੰ ਜਾਂਚ ਨਹੀਂ ਕਿ ਭਲਾ ਹੋਵੇ ਕਿਵੇਂ। ਆਪਾਂ ਸਾਰੇ ਚਾਹੁੰਦੇ ਹਾਂ ਸਾਡਾ ਭਲਾ ਹੋਵੇ, ਆਪਣਾ ਬੁਰਾ ਤਾਂ ਕੋਈ ਵੀ ਨਹੀਂ ਮੰਗਦਾ। ਸੁੱਖ ਸਭ ਮੰਗੇ, ਦੁੱਖ ਮੰਗ ਕੋਈ ਮੰਗ ਆਉਂਦਾ ਕਿ ਨਹੀਂ? ਹਾਂ, ਸੁੱਖ ਨੂੰ ਤਾਂ ਸਾਰੇ ਮੰਗਦੇ ਨੇ, ਦੁੱਖ ਨੂੰ ਕੋਈ ਨਹੀਂ ਮੰਗਦਾ। ਦੁੱਖ ਫਿਰ ਵੀ ਆ ਜਾਂਦਾ ਹੈ। ਆਪਣਾ ਭਲਾ ਸਾਰੇ ਚਾਹੁੰਦੇ ਨੇ, ਪਰ ਉਹਨੂੰ ਗਿਆਨ ਨਹੀਂ ਕਿ ਮੇਰਾ ਭਲਾ ਹੋਵੇਗਾ ਕਿਵੇਂ। ਗੁਰਬਾਣੀ ਕਿ ਤੇਰਾ ਨਾਮ ਜਪ ਕੇ ਭਲਾ ਹੋਣਾ। ਹੁਣ ਜੇ ਵਿਸ਼ਵਾਸ ਹੀ ਨਹੀਂ ਵੀ ਨਾਮ ਜਪਣ ਨਾਲ ਕਿਵੇਂ ਭਲਾ ਹੋ ਜਾਏਗਾ। ਮੈਂ ਕਹਿੰਦਾ ਵੀ ਨਾਮ ਜਪ ਤੂੰ ਅਮੀਰ ਹੋ ਜਾਏਗਾ। ਨਾਮ ਜਪਣ ਨਾਲ ਕਿਵੇਂ ਅਮੀਰ ਹੋ ਜਾਏਗਾ? ਅੱਛਾ ਮੈਂ ਅਮੀਰ ਹੋ ਜਾਏਗਾ, ਕਈਆਂ ਨੂੰ ਮੈਂ ਪਾੜ ਦਿੰਦਾ। ਅੱਛਾ ਮੇਰਾ ਕਾਰਜ ਰਾਸ ਹੋ ਜਾਏਗਾ। ਮੈਂ ਤੂੰ ਡਾਕਟਰ ਕੋਲ ਜਾਣਾ, ਉਹ ਤੈਨੂੰ ਦਵਾਈ ਦਿੰਦਾ ਕਿ ਤੈਨੂੰ ਲਿਖ ਕੇ ਵੀ ਦਿੰਦਾ ਤੂੰ ਠੀਕ ਹੋ ਜਾਏਗਾ। ਕਦੇ ਆ ਸਟਾਂਪ ਪੇਪਰ 'ਤੇ ਕਿਸੇ ਡਾਕਟਰ ਨੇ ਲਿਖ ਕੇ ਦਿੱਤਾ? ਉਹ ਤੁਹਾਡੇ ਤੋਂ ਲੱਖਾਂ ਰੁਪਈਏ ਲੈਂਦਾ ਓਪਰੇਸ਼ਨ ਤੋਂ ਪਹਿਲਾਂ, ਅਤੇ ਨਾਲੇ ਦੱਸੋ ਕਰਾ ਜੇ ਮਰ ਗਏ ਤੁਹਾਡੀ ਜ਼ਿੰਮੇਵਾਰੀ ਹੈ। ਕੋਈ ਵੀ ਤੁਸੀਂ ਓਪਰੇਸ਼ਨ ਕਰਾਉਣਾ ਹੈ, ਤੁਹਾਡੇ ਤੋਂ ਪਹਿਲਾਂ ਇੱਕ ਫਾਰਮ ਭਰਵਾਇਆ ਜਾਂਦਾ ਹੈ। ਉਹ ਖਾਲੀ ਫਾਰਮ 'ਤੇ ਤੁਹਾਡੇ ਤੋਂ ਦੱਸ ਕਰਾ ਲੈਂਦੇ ਹੇਠਾਂ, ਉੱਤੇ ਆਪ ਭਰ ਲੈਂਦੇ। ਜੇ ਮਰ ਗਿਆ ਤਾਂ ਆਪੇ ਭਰ ਲਾਂਗੇ, ਮੈਂ ਜ਼ਿੰਮੇਵਾਰ ਹਾਂ। ਮੈਂ ਗਰੰਟੀ ਕੋਈ ਨਹੀਂ ਦਿਆ ਕਰਦਾ। ਤੁਹਾਨੂੰ ਵਿਸ਼ਵਾਸ ਹੀ ਨਹੀਂ ਵੀ ਗੁਰੂ ਨੇ ਮੇਰਾ ਕਾਰਜ ਰਾਸ ਕਰਨਾ, ਅਤੇ ਗੁਰੂ ਬਾਣੀ ਹੈ, ਬਾਣੀ ਮੇਰਾ ਕਾਰਜ ਰਾਸ ਕਰੇਗੀ। ਜੇ ਵਿਸ਼ਵਾਸ ਨਹੀਂ, ਤੁਹਾਡਾ ਕਾਰਜ ਰਾਸ ਨਹੀਂ ਹੋਣਾ। ਇਸ ਵਿੱਚ ਤੁਹਾਨੂੰ ਫਿਰ ਗੁਰੂ 'ਤੇ ਵਿਸ਼ਵਾਸ ਨਹੀਂ ਹੈਗਾ। ਸਿੱਖ ਨੂੰ ਜੇ ਆਪਣੇ ਗੁਰੂ 'ਤੇ ਵਿਸ਼ਵਾਸ ਨਹੀਂ, ਉਹ ਕਾਹਦਾ ਸਿੱਖ ਹੈ ਜੀ? ਜੇ ਮੈਨੂੰ ਗੁਰਬਾਣੀ ਦੀ ਗੱਲ 'ਤੇ ਵਿਸ਼ਵਾਸ ਹੀ ਨਹੀਂ, ਤਾਂ ਫਿਰ ਮੈਂ ਕਾਹਦਾ ਸਿੱਖਾਂ ਵੀ ਹੈ? ਮੈਂ ਗੁਰਬਾਣੀ 'ਤੇ ਡਾਊਟ ਕਰੀ ਜਾਵਾਂ। ਗੁਰੂ 'ਤੇ ਸ਼ੰਕਾ ਕਰਨਾ। ਗੁਰੂ ਨੇ ਸਾਨੂੰ ਉਤਾਰਨਾ। ਗੁਰੂ ਬੋਹਿਤ ਹੈ, ਗੁਰੂ ਕਿਸ਼ਤੀ ਹੈ। ਜਿਸ ਕਿਸ਼ਤੀ 'ਚ ਮਨੁੱਖ ਬੈਠਾ, ਅਗਰ ਉਸੇ 'ਚ ਮੋਰੀ ਕਰ ਲੈ ਫਿਰ ਡੁੱਬੇਗਾ ਨਾ। ਆਪਣੇ ਗੁਰੂ 'ਤੇ ਸ਼ੰਕਾ ਕਰਨਾ ਇਸ ਤਰ੍ਹਾਂ, ਜਿਸ ਕਿਸ਼ਤੀ 'ਚ ਤੁਸੀਂ ਬੈਠੇ ਹੋ ਤੁਸੀਂ ਉਹਦੇ 'ਚ ਆਪ ਹੀ ਮੋਰੀ ਕਰ ਲਈ, ਉਹ ਪਾਣੀ ਵਿੱਚ ਵੜ ਜਾਏਗਾ, ਡੁੱਬ ਜਾਊਗਾ। ਗੁਰੂ 'ਤੇ ਸ਼ੰਕਾ ਨਹੀਂ ਕੀਤਾ ਜਾ ਸਕਦਾ। ਗੁਰੂ 'ਤੇ 100% ਵਿਸ਼ਵਾਸ ਹੋਣਾ ਚਾਹੀਦਾ ਹੈ। ਅਤੇ ਜੇ ਇਹ ਗੱਲ ਵੇਖਣੀ ਹੈ ਤਾਂ ਫਿਰ ਸਰਸੇ ਵਾਲਿਆਂ 'ਚ ਵੇਖ ਲਓ। ਇੰਨਾ ਕੁਛ ਉਹਨਾਂ ਦੇ ਸਾਹਮਣੇ ਹੋਇਆ, ਜੇਲ੍ਹ ਹੋ ਗਈ, ਮੁਕੱਦਮੇ ਚੱਲੇ, ਸਭ ਕੁਛ ਹੋ ਗਿਆ, ਪਰ ਇੱਕ ਨੇ ਵੀ ਨਹੀਂ ਛੱਡਿਆ ਉਹਨੂੰ। ਉਹ ਜੇਲ੍ਹ ਦੇ ਅੱਗੋਂ ਲੰਘਦੇ ਹੋਏ ਨਮਸਕਾਰਾਂ ਕਰਕੇ ਜਾਂਦੇ ਨੇ ਵੀ ਇੱਥੇ ਸਾਡਾ ਬਾਬਾ ਜੇਲ੍ਹ 'ਚ। ਅਸੀਂ ਹੁੰਦੇ ਕਦੋਂ ਦਾ ਛੱਡ ਗਏ ਹੁੰਦੇ, ਇਹ ਕਦਾ ਗੁਰੂ ਹੈ, ਇਹ ਤਾਂ ਬਦਮਾਸ਼ ਹੈ ਜੀ, ਇਹ ਤਾਂ ਫਲਾਣਾ ਹੈ ਜੀ। ਅਸੀਂ ਛੱਡਾ ਜਾਣਾ ਸੀ ਅਸੀਂ ਗੁਰੂ ਨੂੰ। ਕਦੋਂ ਹੁੰਦੇ ਗੁਰੂ ਨੇ ਇਕੱਲੇ ਹੀ ਰਹਿ ਜਾਣਾ ਸੀ ਜੇਲ੍ਹ 'ਚ, ਉਹਨੇ ਇੱਕ ਨੇ ਨਹੀਂ ਛੱਡਿਆ। ਇੰਨੇ ਪੱਕੇ ਨੇ, ਇਸ ਗੱਲ ਮੈਂ ਮੰਨ ਗਿਆ ਇਹਨਾਂ ਨੂੰ। ਹਾਂ ਇਹਨੇ ਪੱਕੇ ਨੇ। ਅਸੀਂ ਤਾਂ ਐਵੇਂ ਕੱਚੇ ਪਿੱਲੇ ਜਿਹੇ ਹੈਗੇ। ਕਿੱਥੇ ਤੁਸੀਂ ਕਿਸੇ ਸੰਤ ਨੂੰ ਮੰਨਦੇ, ਬੜਾ ਤੁਹਾਡਾ ਵਿਸ਼ਵਾਸ, ਉਸ ਤੋਂ ਕੋਈ ਗਲਤੀ ਹੋ ਗਈ ਦੂਜੇ ਦਿਨ ਛੱਡ ਜਾਓਗੇ, ਅਤੇ ਨਾਲੇ ਲੋਕਾਂ ਆ ਕੇ ਕਹੀ ਜਾਓਗੇ ਅਸੀਂ ਤਾਂ ਐਵੇਂ ਜੀ ਧੋਖੇ 'ਚ ਆ ਗਏ, ਅਤੇ ਠੱਗ ਸੀ ਜੀ, ਅਤੇ ਫਲਾਣਾ ਸੀ, ਇਹ ਸੀ ਜੀ, ਉਹ ਸੀ। ਹਾਂਜੀ ਨਾ, ਉਹਨਾਂ ਗੱਲ ਕਰਕੇ ਦੇਖੋ ਨਾ ਜੀ। ਕਹਿੰਦੇ
ਸਾਡਾ ਬਾਬਾ ਬਾਹਰ ਆਵੇਗਾ ਜੀ, ਉਹ ਬੜੀ ਸ਼ਕਤੀ ਦਾ ਮਾਲਕ ਹੈ ਜੀ, ਉਹਨੇ ਤਾਂ ਜੇਲ੍ਹ ਤੋੜ ਕੇ ਬਾਹਰ ਆ ਜਾਣਾ ਜੀ, ਬਸ ਐਸਾ ਜੱਚਿਆ ਹੋਇਆ ਇਹਨਾਂ ਨੂੰ। ਕੁਛ ਵੀ ਹੈ, ਮੈਂ ਗੱਲ ਵਿਸ਼ਵਾਸ ਦੀ ਕਰ ਰਿਹਾ, ਹੈ ਨਾ ਵਿਸ਼ਵਾਸ ਅਗਲੇ ਨੂੰ। ਹਾਲਾਂਕਿ ਉਹਨਾਂ ਦੇ ਅੱਖਾਂ ਦੇ ਸਾਹਮਣੇ ਸਭ ਪਤਾ ਵੀ ਹੈ ਵੀ ਸਾਡੇ ਬਾਬੇ ਨੇ ਆਹ ਕੁਛ ਕੀਤਾ ਹੈ, ਇਸ ਦੇ ਬਾਵਜੂਦ ਨਹੀਂ ਉਹਨੂੰ ਛੱਡਦੇ, ਨਹੀਂ ਛੱਡਦੇ। ਇੰਨਾ ਵਿਸ਼ਵਾਸ ਗੁਰੂ 'ਤੇ ਹੋਣਾ ਚਾਹੀਦਾ ਹੈ। ਗੁਰਬਾਣੀ ਵੀ ਕਹਿੰਦੇ ਗੁਰ ਕਹਿਆ ਸੋ ਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਤਾਵੋ। ਜੋ ਗੁਰੂ ਕਹਿੰਦਾ ਬਸ ਉਹ ਕੰਮ ਕਰਦੇ ਰਹੋ। ਗੁਰੂ ਕੀ ਕਰਦਾ ਉਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਗੁਰੂ ਦੇ ਚਾਰੇ ਪੁੱਤਰ ਆਪਣੇ ਵਾਰ ਸਕਦਾ, ਅਸੀਂ ਵਾਰ ਸਕਦੇ ਹਾਂ? ਅਸੀਂ ਵਾਰ ਸਕਦੇ? ਅਸੀਂ ਨਹੀਂ, ਅਸੀਂ ਗੁਰੂ ਦੀ ਨਕਲ ਨਹੀਂ ਕਰ ਸਕਦੇ। ਸਾਡੇ ਅੰਦਰ ਤਾਂ ਕੋਈ ਉਹੋ ਜਿਹਾ ਗੁਣ ਹੀ ਕੋਈ ਨਹੀਂ ਜੋ ਗੁਰੂਆਂ ਦੇ, ਸਾਡੇ 10 ਗੁਰੂਆਂ ਦੇ ਅੰਦਰ ਗੁਣ ਹੋਣ। ਇਸ ਲਈ ਬਾਣੀ 'ਤੇ ਕੋਈ ਡਾਊਟ ਨਹੀਂ ਕਰਨਾ, ਇਹ ਸਾਡਾ ਗੁਰੂ ਹੈ। ਗੁਰੂ 'ਤੇ 100% ਵਿਸ਼ਵਾਸ ਹੋਣਾ ਚਾਹੀਦਾ। ਵਿਸ਼ਵਾਸ ਨਹੀਂ ਡੋਲਣਾ ਵੀ ਬਾਣੀ 'ਚ ਜੋ ਲਿਖਿਆ ਠੀਕ ਹੈ, ਠੀਕ ਹੈ, ਮੇਰੇ ਤੋਂ ਅਜੇ ਨਹੀਂ ਮਨ ਹੁੰਦਾ। ਹੁਣ ਗੁਰੂ ਮੈਂ ਕਿਹਾ ਅੰਮ੍ਰਿਤ ਵੇਲਾ ਸਚ ਨ ਵਡਿਆਈ ਵਿਚਾਰ, ਕਰ ਵੀ ਆਵੇ ਕੱਪੜਾ ਨਦਰੀ ਮੁਖ ਦੁਆਰ। ਕਹਿ ਤੁਸੀਂ ਅੰਮ੍ਰਿਤ ਵੇਲੇ ਉੱਠੋ, ਬਾਣੀ ਪੜ੍ਹੋ, ਨਾਮ ਜਪੋ, ਫਿਰ ਕੀ ਹੋਏਗਾ? ਕਰਮੀ ਆਵੇ ਕੱਪੜਾ। ਕੱਪੜਾ ਸਤਿਕਾਰ ਨੂੰ ਕਹਿੰਦੇ ਨੇ। ਪਰਮਾਤਮਾ ਦੀ ਕਿਰਪਾ ਹੋਏਗੀ, ਤੁਹਾਨੂੰ ਸਤਿਕਾਰ ਮਿਲੇਗਾ ਸਮਾਜ 'ਚ। ਕਹਿੰਦੇ ਉੱਠ ਕੇ ਸਵੇਰੇ ਨਾਮ ਜਪਿਆ ਕਰੋ, ਬਾਣੀ ਪੜ੍ਹਿਆ ਕਰੋ, ਇੱਕ ਦਿਨ ਪਰਮਾਤਮਾ ਦੀ ਕਿਰਪਾ ਹੋ ਜਾਏਗੀ, ਤੁਹਾਨੂੰ ਸੰਸਾਰ ਸਤਿਕਾਰ ਮਿਲਣਾ ਸ਼ੁਰੂ ਹੋ ਗਿਆ। ਨਦਰੀ ਮੁਖ ਦੁਆਰ, ਇੱਕ ਦਿਨ ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਹੋ ਜਾਏ, ਤੁਸੀਂ ਮੁਕਤ ਹੋ ਜਾਓਗੇ। ਆਹੀ ਕੰਮ ਕਰਨਾ। ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੋ, ਨਾਮ ਜਪੋ, ਬਾਣੀ ਪੜ੍ਹੋ, ਇੱਕ ਦਿਨ ਉਹਦੀ ਕਿਰਪਾ ਹੋਵੇਗੀ। ਕਿਰਪਾ ਹੋਏਗੀ, ਸਾਡਾ ਸਤਿਕਾਰ ਹੋਣਾ ਸ਼ੁਰੂ ਹੋ ਜਾਏਗਾ। ਫਿਰ ਇੱਕ ਦਿਨ ਉਹਦੀ ਨਜ਼ਰ ਹੋ ਜਾਏਗੀ, ਨਜ਼ਰੀ ਨਜ਼ਰ ਨਿਹਾਲ ਕਰ ਦੇਗਾ, ਸਾਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ। ਬਸ ਗੱਲ ਤਾਂ ਮੰਨਣ ਦੀ ਹੈ ਵੀ ਅਸੀਂ ਕਿੰਨਾ ਕੁ ਮੰਨਦੇ ਹਾਂ। ਪਰ ਇਸ ਦੇ ਵਿੱਚ ਨਹੀਂ ਜੀ, ਕਿੱਥੇ ਹੋ ਜੀ? ਲੈ ਸਵੇਰੇ ਉੱਠ ਕਿਹੜਾ ਉੱਠੇ ਜਨ ਨਹੀਂ ਉੱਠ ਸਕਦੇ, ਉਹ ਗੱਲ ਵੱਖਰੀ ਹੈ। ਡਾਊਟ ਨਹੀਂ ਕਰਨਾ ਵੀ ਪਤਾ ਨਹੀਂ ਮਿਲੇਗਾ ਕਿ ਨਹੀਂ ਮਿਲੇਗਾ ਜੀ। ਫਿਰ ਇਹਦੇ ਬਾਅਦ ਗੁਰੂ ਦੀ ਗੱਲ 'ਤੇ ਸ਼ੰਕਾ ਹੈ। ਗੁਰੂ ਦੀ ਗੱਲ 'ਤੇ ਸ਼ੰਕਾ ਨਹੀਂ ਜੀ, ਬਾਣੀ 'ਤੇ ਕੋਈ ਸ਼ੰਕਾ ਨਹੀਂ ਕਰਨੀ। ਹਾਂ ਠੀਕ ਹੈ, ਜਿੰਨੀ ਮਨ ਹੁੰਦੀ ਹੈ ਉਨੀ ਮੰਨਣੀ ਸ਼ੁਰੂ ਕਰ ਦਿਓ, ਹੌਲੀ 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 ਫਿਰ ਕਿਰਪਾ ਹੋ ਜਾਏਗੀ। ਪਹਿਲੇ ਦਿਨ ਸਾਰਾ ਕੁਛ ਨਹੀਂ ਮੰਨ ਸਕਿਆ ਕਰਦਾ ਬੰਦਾ ਕੋਈ, ਪਰ ਜਦੋਂ ਪਹਿਲੇ ਇੱਕ ਗੱਲ ਮੰਨੀ, ਫਿਰ ਹੌਲੀ ਦੂਜੀ ਮੰਨੀ, ਹੌਲੀ ਤੀਜੀ ਮੰਨੀ, ਚੌਥੀ ਮੰਨੀ, ਕਰਦੇ 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 ਅਸੀਂ ਆਪਣੀ ਮੰਜ਼ਿਲ 'ਤੇ ਪਹੁੰਚ ਜਾਣਾ ਹੈ। ਸੋ ਗੁਰੂ ਮਹਾਰਾਜ ਕਹਿੰਦੇ ਸ਼ਬਦੇ ਹਉਮੈ ਮਾਰੀਐ ਮਾਇਆ ਕਾ ਭਰਮ ਜਾਏ। ਸ਼ਬਦ ਦੇ ਨਾਲ ਨਾਮ ਜਪਣ ਨਾਲ ਹਉਮੈ ਅੰਦਰੋਂ ਖਤਮ ਹੁੰਦੀ ਹੈ, ਫਿਰ ਮਾਇਆ ਦਾ ਭਰਮ ਅੰਦਰੋਂ ਖਤਮ ਹੋ ਜਾਂਦਾ ਹੈ। ਨਾਮ ਪਦਾਰਥ ਪਾਈਐ ਗੁਰਮੁਖ ਸਹਿਜ ਸੁਭਾਏ। ਫਿਰ ਕਹਿੰਦੇ ਗੁਰੂ ਤੋਂ ਸਹਿਜ ਸੁਭਾਹੀ ਨਾਮ ਰੂਪੀ ਪਦਾਰਥ ਪ੍ਰਾਪਤ ਹੋ ਜਾਂਦਾ ਹੈ, ਭਾਵ ਨਾਮ ਦੀ ਦਾਤ ਮਿਲ ਜਾਂਦੀ ਹੈ। ਫਿਰ ਬੰਦਾ ਸਹਿਜ ਸੁਭਾਅ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ। ਬੇਨ ਗੁਰ ਗੁਣ ਨਾ ਜਾਪਨੀ, ਬੇਨ ਗੁਣ ਭਗਤ ਨਾ ਹੋਏ। ਭਗਤ ਬਛਲ ਹਰ ਮਨ ਵਸਿਆ, ਸਹਿਜ ਮਿਲਿਆ ਪ੍ਰਭ ਸੋਏ। ਨਾਨਕ ਸ਼ਬਦੇ ਹਰ ਸਲਾਹੀਐ, ਕਰਮ ਪ੍ਰਾਪਤ ਹੋਏ। ਬਿਨ ਗੁਰ ਗੁਣ ਨਾ ਜਾਪਣੀ, ਗੁਰੂ ਤੋਂ ਬਿਨਾਂ ਤਾਂ ਅੰਦਰ ਗੁਣ ਹੀ ਨਹੀਂ ਪੈਦਾ ਹੁੰਦੇ। ਨਿਗੁਰੇ ਤੇ ਗੁਣ ਹੀ ਨਹੀਂ ਪੈਦਾ ਹੁੰਦੇ। ਸਭ ਤੋਂ ਵੱਡਾ ਗੁਣ ਹੈ ਨਾਮ ਜਪਣਾ। ਸਭ ਤੋਂ ਵੱਡਾ ਗੁਣ ਹੈ ਨਾਮ ਜਪਣਾ। ਅਤੇ ਨਿਗੁਰਾ ਤੇ ਨਾਮ ਹੀ ਨਹੀਂ ਜਪਦਾ, ਇਹਦਾ ਜਿਹੜਾ ਸਭ ਤੋਂ ਵੱਡਾ ਗੁਣ ਉਹ ਤਾਂ ਹੁੰਦਾ ਹੀ ਨਹੀਂ ਹੈਗੀ। ਬਿਨ ਗੁਰ ਗੁਣ ਨਾ ਜਾਪਣੀ, ਗੁਰੂ ਤੋਂ ਬਿਨਾਂ ਗੁਣਾਂ ਦਾ ਪਤਾ ਹੀ ਨਹੀਂ ਲੱਗਦਾ ਹੈ। ਬਿਨ ਗੁਣ ਭਗਤ ਨਾ ਹੋਏ, ਅਤੇ ਗੁਣਾਂ ਤੋਂ ਬਿਨਾਂ ਭਗਤੀ ਨਹੀਂ ਹੁੰਦੀ। ਮੈਂ ਔਗਣਿਆਰਾਂ, ਮੈਂ ਭਗਤੀ ਕਰ ਹੀ ਨਹੀਂ ਸਕਦਾ, ਮੇਰਾ ਜੀਅ ਨਹੀਂ ਕਰੇਗਾ, ਮੇਰੇ ਔਗਣ ਮੈਨੂੰ ਭਗਤੀ ਕਰਨ ਹੀ ਨਹੀਂ ਦੇਣਗੇ। ਪਾਠ ਤਾਂ ਕਰ ਲਾਂਗਾ ਆਪਣੇ ਕੰਮ ਰਾਸ ਕਰਾਉਣ ਲਈ, ਵੀ ਮੈਂ ਕਿਸੇ ਚਲੀਹਾ ਦਿੱਤਾ, ਉਹ ਘੁੱਟ ਪੀ ਵੀ ਰਿਹਾ। ਕਈ ਆ ਜਾਣ ਜੀ ਮੈਂ ਸ਼ਰਾਬ ਪੀਣਾ, ਮੈਂ ਤੂੰ ਪਾਠ ਕਰ, ਪਾਠ ਵੇਲੇ ਤੂੰ ਨਾ ਪੀਵੀਂ, ਅੱਗੇ ਪਿੱਛੇ ਪੀ ਲਿਆ ਕਰੇ। ਮੇਰਾ ਮਤਲਬ ਇਹ ਕੁਛ ਤਾਂ ਕਰੇ। ਹੁਣ ਮੈਨੂੰ ਇਹ ਕਹਿ ਤੂੰ ਪਹਿਲਾਂ ਪਾਠ ਛੱਡ, ਨਾ ਪਹਿਲਾਂ ਪੀਣੀ ਛੱਡ, ਫਿਰ ਪਾਠ ਕਰੇ, ਫਿਰ ਉਹਨੂੰ ਕੁਛ ਵੀ ਨਹੀਂ ਕਰਨਾ, ਕੁਛ ਵੀ ਨਹੀਂ ਕਰਨਾ।
ਹੁਣ ਕਹੇ ਚੰਗਾ ਭਾਈ ਤੂੰ ਜਿਹੜਾ ਕਦੋਂ ਪੀਣਾ? ਜੀ ਰਾਤ ਨੂੰ ਪੀਣਾ। ਅੱਛਾ ਭਾਈ ਰਾਤ ਨੂੰ ਤੁਸੀਂ ਪਾਠ ਨਾ, ਫਿਰ ਤੂੰ ਸਵੇਰੇ ਉੱਠ ਕੇ ਨਹਾ ਧੋ ਕੇ ਫਿਰ ਪਾਠ ਕਰ ਲਿਆ ਕਰ। ਵੀ ਜਿਸ ਵੇਲੇ ਤੂੰ ਪੀਤੀ ਹੋਵੇ ਉਸ ਵੇਲੇ ਪਾਠ ਨਹੀਂ ਕਰਨਾ, ਬਸ ਜਿਹੜਾ ਤੈਨੂੰ ਮਿਲਿਆ ਹੋਇਆ ਉਂਝ ਕਰ ਲਿਆ ਕਰ। ਆਪੇ ਗੁਰੂਆਂ ਦੀ ਕਿਰਪਾ ਹੌਲੀ 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 ਉਹਦੀ ਛੁਡਾ ਦੇਣਗੇ, ਸੋਝੀ ਦੇ ਦੇਣਗੇ। ਬਾਣੀ ਨੇ ਹੌਲੀ ਹੌਲੀ ਜੋ ਤੁਸੀਂ ਨਾਮ ਜਪਦੇ ਹੋ ਨਾ, ਇਹ ਜਿਹੜਾ ਨਾਮ ਹੈ ਨਾ, ਇਹ ਸਾਡੀ ਸੋਚ ਨੂੰ ਉੱਚੀਆਂ ਕਰਦਾ ਰਹਿੰਦਾ। ਸਹਿ ਸੁਭਾਈ ਤੁਸੀਂ ਨਾਮ ਜਪੀ ਜਾਓ, ਨਾਮ ਜਪੀ ਜਾਓ, ਤੁਹਾਡੀ ਸੋਚ ਉੱਚੀ ਹੋ ਜਾਏਗੀ। ਜਦੋਂ ਸੋਚ ਉੱਚੀ ਹੋ ਜਾਏਗੀ ਕਰਮ ਵੀ ਆਪੇ ਠੀਕ ਹੋ ਜਾਣਗੇ। ਸਾਡੀ ਸੋਚ ਨੀਵੀਂ ਹੋਣ ਕਰਕੇ ਅਸੀਂ ਭੈੜੇ ਕੰਮ ਕਰਦੇ ਹਾਂ। ਜਦੋਂ ਸੋਚ ਉੱਚੀ ਹੋ ਗਈ ਫਿਰ ਭੈੜੇ ਕੰਮ ਕਰਨ ਨੂੰ ਜੀਅ ਨਹੀਂ ਕਰੇਗਾ। ਫਿਰ ਅਸੀਂ ਥੋੜ੍ਹੇ ਚੋਰੀਆਂ ਕਰਾਂਗੇ, ਡਾਕੇ ਮਾਰਾਂਗੇ, ਠੱਗੀਆਂ ਕਰਾਂਗੇ। ਸੋਚ ਉੱਚੀ ਹੋ ਗਈ ਹੈ। ਨਾਮ ਬਾਣੀ ਨੇ ਸਾਡੀ ਸੋਚ ਨੂੰ ਉੱਚੀਆਂ ਕਰ ਦੇਣਾ ਹੈ, ਕਿਉਂਕਿ ਪਰਮਾਤਮਾ ਉੱਚਾ ਹੈ ਅਤੇ ਉਹਦੇ ਨਾਮ ਨੇ ਵੀ ਸਾਨੂੰ ਉੱਚੀਆਂ ਕਰਦੇ ਜਾਣਾ। ਉੱਚੇ ਤੋਂ ਮਤਲਬ ਇਹ ਨਹੀਂ ਕਿ ਸਾਨੂੰ ਪਹਿਲਾਂ ਚੁਬਾਰੇ 'ਤੇ ਬਿਠਾ ਦੇ ਫਿਰ ਦੂਜੀ ਮੰਜ਼ਿਲ 'ਤੇ, ਉਹ ਭਾਵ ਨਹੀਂ। ਆਤਮਿਕ ਤੌਰ 'ਤੇ ਉੱਚੀਆਂ ਕਰਨਾ, ਸੋਚ ਉੱਚੀ ਹੁੰਦੀ ਜਾਂਦੀ ਹੈ। ਬਸ ਸਿਮਰਨ ਕਰਦੇ ਰਹੋ, ਸੋਚ ਉੱਚੀ। ਜਿਉਂ ਸੋਚ ਉੱਚੀ ਹੋ ਜਾਏਗੀ ਅਸੀਂ ਗਲਤ ਕੰਮ ਆਪਣੇ ਆਪ ਹੀ ਛੱਡਦੇ ਜਾਵਾਂਗੇ। ਸੋ ਤਾਂ ਗੁਰੂ ਮਹਾਰਾਜ ਕਹਿੰਦੇ ਨੇ ਬੇਨ ਗੁਣ ਭਗਤ ਨਾ ਹੋਏ। ਗੁਣਾਂ ਤੋਂ ਬਿਨਾਂ ਭਗਤੀ ਨਹੀਂ ਹੁੰਦੀ। ਗੁਰੂ ਤੋਂ ਬਿਨਾਂ ਗੁਣ ਅੰਦਰ ਪੈਦਾ ਨਹੀਂ ਹੁੰਦੇ ਅਤੇ ਗੁਣਾਂ ਤੋਂ ਬਿਨਾਂ ਭਗਤੀ ਨਹੀਂ ਹੁੰਦੀ। ਭਗਤ ਵਛਲ ਹਰ ਮਨ ਵਸੇ। ਵਛਲ ਹੁੰਦਾ ਪਿਆਰ ਕਰਨ ਵਾਲਾ। ਪਰਮਾਤਮਾ ਭਗਤੀ ਨੂੰ ਪਿਆਰ ਕਰਦਾ ਹੈ। ਜਿਹੜਾ ਵੀ ਭਗਤੀ ਕਰਦਾ ਪਰਮਾਤਮਾ ਨੂੰ ਪਿਆਰ ਕਰਦਾ ਹੈ। ਕਿੱਡੀ ਵੱਡੀ ਗੱਲ ਹੈ। ਤੁਸੀਂ ਭਜਨ ਬੰਦਗੀ ਕਰਦੇ ਹੋ, ਨਾਲ ਤਾਂ ਗੁਰੂ ਪਿਆਰ ਕਰਦਾ ਤੁਹਾਨੂੰ ਵੀ ਹਾਂ ਭਾਈ ਮੇਰੀ ਬਾਣੀ ਪੜ੍ਹਦਾ, ਮੇਰਾ ਦਿੱਤੇ ਹੋਏ ਗੁਰਮੰਤਰ ਦਾ ਜਾਪ ਕਰਦਾ, ਗੁਰੂ ਮਹਾਰਾਜ ਖੁਸ਼, ਰੱਬ ਵੀ ਖੁਸ਼। ਹਾਂ ਭਾਈ ਮੇਰੀ ਵਡਿਆਈ ਕਰਦਾ। ਤੁਸੀਂ ਕਿਸੇ ਦੀ ਵਡਿਆਈ ਕਰੋ ਉਹੀ ਖੁਸ਼ ਹੋ ਜਾਏਗਾ ਤੁਹਾਡੇ 'ਤੇ। ਮੈਂ ਕਈ ਵਾਰੀ ਸੋਚਦਾ ਵੀ ਰੱਬ ਜੇ ਆਪਣੀ ਵਡਿਆਈ ਸੁਣ ਕੇ ਖੁਸ਼ ਨੇ, ਅਸੀਂ ਤੁਸੀਂ ਕਿਹਦੇ ਵਿਚਾਰੇ ਹਾਂ? ਪਰਮਾਤਮਾ ਜਿਹੜਾ ਮੇਰੀ ਵਡਿਆਈ ਕਰੇਗਾ ਮੈਂ ਉਹਦੀ ਵਡਿਆਈ ਕਰਾ ਦਾਂਗਾ। ਜਿਹੜਾ ਮੇਰੀ ਵਡਿਆਈ ਕਰੇਗਾ ਉਹਦੇ ਮੈਂ ਕਾਰਜ ਰਾਸ ਕਰਾਂਗਾ। ਜਿਹੜਾ ਮੇਰੀ ਵਡਿਆਈ ਕਰੇਗਾ ਉਹਨੂੰ ਮੈਂ ਅਮੀਰ ਕਰ ਦਾਂਗਾ। ਜਿਹੜਾ ਮੇਰੀ ਵਡਿਆਈ ਕਰਦੇ ਮੈਂ ਬੱਲੇ ਬੱਲੇ ਕਰਾ ਦਾਂ ਸੰਸਾਰ। ਜਿਹੜਾ ਮੇਰੀ ਵਡਿਆਈ ਕਰੇ ਲੋਕੀ ਉਹਦੀ ਚਰਨੀ ਲਾ ਦਾਂਗਾ। ਕਿਆ ਬਾਤ ਹੈ। ਜੇ ਰੱਬ ਆਪਣੀ ਵਡਿਆਈ ਸੁਣ ਕੇ ਸਾਡੇ ਲਈ ਇੰਨਾ ਕਰ ਸਕਦਾ ਤਾਂ ਕਿਸੇ ਬੰਦੇ ਜੇ ਅਸੀਂ ਵਡਿਆਈ ਕਰਾਂਗੇ ਤਾਂ ਆਪੇ ਖੁਸ਼ ਹੋ ਜਾਏਗਾ। ਸਾਰੀ ਦੁਨੀਆ ਵਡਿਆਈ ਸੁਣਨਾ ਚਾਹੁੰਦੀ ਹੈ। ਸਿਆਣੇ ਕਹਿੰਦੇ ਨੇ ਮੇਰੀ ਪੱਗ ਨੂੰ ਲੱਗਿਆ ਕੋਈ ਦਾਗ, ਤੁਸੀਂ ਆ ਕੇ ਬਾਬਾ ਜੀ ਲੱਗੇ ਕਰ ਜਾ। ਮੈਂ ਕਿਹਾ ਧੰਨਵਾਦ ਭਾਈ ਤੇਰਾ, ਤੂੰ ਦੱਸਿਆ। ਕੱਪੜੇ ਨੂੰ ਕੁਦਰਤੀ ਦਾਗ ਲੱਗ ਗਿਆ, ਉਹ ਬਾਬਾ ਜੀ ਲੱਗ ਗਿਆ ਕਰ। ਅੱਛਾ ਭਾਈ ਤੇਰਾ ਧੰਨਵਾਦ ਦੱਸੇ। ਅਤੇ ਜੇ ਕਹਿੰਦੇ ਬਾਬਾ ਜੀ ਤੁਸੀਂ ਆਹ ਕੰਮ ਕਰਦੇ ਹੋ, ਫਿਰ ਮੈਂ ਸੜ ਬਲ ਜਾਵਾਂਗਾ। ਬਾਹਰਲਾ ਕੋਈ ਦਾਗ ਲੱਗ ਗਿਆ ਉਹ ਮੈਨੂੰ ਕੋਈ ਦੱਸਦਾ ਮੈਂ ਤਾਂ ਧੰਨਵਾਦ ਕਰਦਾ। ਅੰਦਰਲੇ ਦਾਗ ਨੂੰ ਕੋਈ ਦੱਸਦਾ ਮੈਂ ਲੜਨ ਤੱਕ ਜਾਂਦਾ ਹਾਂ। ਕਿਉਂ? ਅੰਦਰ ਫਰੋਲਤਾ ਹੈ ਨਾ। ਇਹ ਬੰਦਾ ਕਹਿੰਦਾ ਮੈਂ ਢੱਕੇ ਹੀ ਰਹਾਂ ਬਸ। ਬਾਹਰ ਦਾਗ ਲੱਗਾ ਕੋਈ ਗੱਲ ਨਹੀਂ, ਤੁਹਾਡਾ ਬੜਾ ਧੰਨਵਾਦ, ਤੁਸੀਂ ਜੇ ਮਿੱਟੀ ਝਾੜਤੀ ਹੈ ਮੇਰੇ ਜੇ ਕਰਤਾ। ਅਤੇ ਜੇ ਅਲ ਕੇ ਬਾਬਾ ਜੀ ਤੁਸੀਂ ਐਂ ਕਰਦੇ ਹੋ ਜੀ ਹੈਂ, ਅਤੇ ਫਿਰ ਮੈਂ ਅੱਗ ਬਗੋਲਾ ਹੋ ਜਾਵਾਂਗਾ, ਜਾਂ ਉਹਦੇ ਨਾਲ ਨਾਰਾਜ਼ ਹੋ ਜਾਵਾਂਗਾ, ਜਾਂ ਉਹਦੇ ਨਾਲ ਅੱਗੋਂ ਬੋਲਣਾ ਬੰਦ ਕਰ ਦਾਂਗਾ ਵੀ ਹਾਂ ਇਹ ਮੈਨੂੰ ਐਂ ਕਹਿੰਦਾ। ਹਾਂਜੀ ਬੜਾ ਔਖਾ ਹੈ। ਸੋ ਇਸ ਲਈ ਜੇ ਉਹ ਇਸ ਤਰ੍ਹਾਂ ਕਹਿੰਦਾ ਹੈ, ਅਗਰ ਉਹ ਠੀਕ ਹੈ ਤਾਂ ਮੰਨ ਲੈਣੀ ਚਾਹੀਦੀ, ਅੱਗੇ ਆਪਣੇ ਨੂੰ ਸੁਧਾਰ ਕਰ ਲਓ। ਜੇ ਉਹ ਈਰਖਾ ਵਸ ਵੈਸੇ ਹੀ ਕਹਿੰਦਾ ਤਾਂ ਫਿਰ ਸੁਣਿਆ ਅਣਸੁਣਿਆ ਕਰ ਦਿਓ। ਤੁਸੀਂ ਮੰਨ ਲਓ ਚੋਰ ਨਹੀਂ ਅਤੇ ਕੋਈ ਤੁਹਾਨੂੰ ਚੋਰ ਕਹਿੰਦਾ ਹੈ, ਤੁਹਾਨੂੰ ਨਾਰਾਜ਼ ਹੋਣ ਦੀ ਲੋੜ ਨਹੀਂ ਵੀ ਮੈਂ ਕਿਹੜਾ ਚੋਰ ਹਾਂ, ਮੇਰਾ ਕੀ ਕਰ ਲੇਗਾ। ਤੁਹਾਨੂੰ ਤਾਂ ਹੀ ਨੁਕਸਾਨ ਹੈ ਜਦੋਂ ਕੋਈ ਸਿੱਧ ਕਰ ਦੇਗਾ ਬਾਕੀ ਤੁਸੀਂ ਚੋਰ ਹੋ। ਜੇ ਚੋਰ ਹਾਂ ਅਸੀਂ ਤਾਂ ਫਿਰ ਸਾਨੂੰ ਚੋਰੀ ਛੱਡ ਦੇਣੀ ਚਾਹੀਦੀ। ਹੁਣ ਲੋਕਾਂ ਨੂੰ ਪਤਾ ਲੱਗ ਗਿਆ, ਸੁਧਾਰ ਕਰ ਲੈਣਾ ਚਾਹੀਦਾ ਬਸ, ਹੋਰ ਕੀ ਹੈ। ਅਤੇ ਇਸ ਲਈ ਅਖੀਰ 'ਤੇ ਗੁਰੂ ਮਹਾਰਾਜ ਕਹਿੰਦੇ ਭਗਤ ਵਚਲ ਹਰ ਮਨ ਵਸਿਆ, ਸਹਿਜ ਮਿਲਿਆ ਪ੍ਰਭ ਸੋਏ। ਜਦੋਂ ਗੁਣ ਅੰਦਰ ਹੋਣਗੇ ਬੰਦਾ ਕਰੇਗਾ ਭਗਤੀ। ਜਦੋਂ ਭਗਤੀ ਕਰੇਗਾ ਤਾਂ ਭਗਤੀ ਨੂੰ ਪਿਆਰ ਕਰਨ ਵਾਲਾ ਪਰਮਾਤਮਾ ਮਨ 'ਚ ਵਸ ਜਾਂਦਾ ਹੈ ਅਤੇ ਸਹਿਜ ਸੁਭਾਅ ਫਿਰ ਪਰਮਾਤਮਾ ਮਿਲ ਪੈਂਦਾ ਹੈ। ਕਿਉਂਕਿ ਪਰਮਾਤਮਾ ਦੇ ਭਗਤੀ ਨੂੰ ਪਿਆਰ ਕਰਦਾ ਹੈ, ਜਿਹੜਾ ਭਗਤੀ ਕਰਦਾ ਪਰਮਾਤਮਾ ਉਹਨੂੰ ਪਿਆਰ ਕਰਦਾ ਹੈ।
ਤੇ ਜਿਹਦੇ ਨਾਲ ਹੈ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਰੁੱਸ ਜੇ। ਜਿਹਦੇ ਵੱਲ ਕਲਗੀਆਂ ਵਾਲਾ ਸੰਸਾਰ ਸਾਰਾ ਉਹਦੇ ਵੱਲ ਵੈਸੇ ਹੀ ਹੈ। ਸੰਸਾਰ ਨੇ ਕਿਉਂ ਰੁੱਸਣਾ? ਜਿਹਦੇ ਵੱਲ ਕਲਗੀਆਂ ਵਾਲਾ ਹੋ ਜਾਏ ਤਾਂ ਸਗੋਂ ਸੰਸਾਰ ਤਾਂ ਉਸ 'ਤੇ ਖੁਸ਼ ਹੁੰਦਾ ਹੈ। ਜਿਹਦੇ ਵੱਲ ਰੱਬ ਹੋ ਜਾਏ ਸੰਸਾਰ ਨੇ ਤਾਂ ਆਪਣੇ ਆਪ ਹੀ ਉਹਦੇ ਵੱਲ ਹੋ ਜਾਣਾ ਹੁੰਦਾ ਹੈ। ਨਾਨਕ ਸ਼ਬਦੇ ਹਰ ਸਾਲਾਹੀਐ ਕਰਮ ਪ੍ਰਾਪਤ ਹੋਏ। ਨਾਮ ਰਾਹੀਂ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਰਹਿਣਾ ਚਾਹੀਦਾ ਹੈ। ਫਿਰ ਪਰਮਾਤਮਾ ਦੀ ਹੋ ਜਾਏਗੀ ਕਰਮ ਦੀ ਬਖਸ਼ਿਸ਼, ਫਿਰ ਪਰਮਾਤਮਾ ਦੀ ਬਖਸ਼ਿਸ਼ ਹੋ ਜਾਏਗੀ, ਪ੍ਰਾਪਤ ਹੋਏ ਅਤੇ ਪਰਮਾਤਮਾ ਦੀ ਫਿਰ ਪ੍ਰਾਪਤੀ ਹੋ ਜਾਏਗੀ। ਸਾਡਾ ਕੰਮ ਹੈ ਨਾਮ ਜਪਣਾ, ਬਖਸ਼ਿਸ਼ ਪਰਮਾਤਮਾ ਦੀ ਹੋਣੀ ਹੈ। ਜਿੱਦੇ ਉਹਦੀ ਬਖਸ਼ਿਸ਼ ਹੋ ਗਈ ਉਹਦੇ ਸਾਨੂੰ ਪਰਮਾਤਮਾ ਮਿਲ ਜਾਣਾ ਹੈ। ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।